ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ, ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ 223 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ। ਇਹ ਜਿਹੜੀਆਂ ਅਸ਼ਟਪਦੀਆਂ ਗੌੜੀ ਰਾਗ ਦੇ ਵਿੱਚ ਪਹਿਲੀ ਪਾਤਸ਼ਾਹ ਦੀਆਂ ਆਪਾਂ ਲੈ ਰਹੇ ਸੀ, ਪੰਜਵੀਂ ਅਸ਼ਟਪਦੀ ਲੈਣੀ ਹੈ। 16 ਅਸ਼ਟਪਦੀਆਂ ਹੈਗੀਆਂ। ਇਹ ਇੱਕ ਟੌਪਿਕ ਦੀਆਂ ਮਹਾਰਾਜ ਮਿਹਰ ਕਰਨ, ਇਹ ਗਿਆਨ ਜਿਹੜਾ ਹੈਗਾ ਆਪਾਂ ਨੂੰ ਆਪਣੇ ਹਿਰਦੇ 'ਚ ਵਸਾਉਣ, ਇਹੀ ਬੇਨਤੀ ਹੈ ਜੀ। ਗਿਆਨ ਵਸੂਗਾ ਅਤੇ ਗਿਆਨ ਦੇ ਅਨੁਸਾਰ ਫਿਰ ਆਪਾਂ ਆਪਣੇ ਜੀਵਨ ਨੂੰ ਚਲਾ ਸਕੀਏ, ਤਾਂ ਫਾਇਦਾ ਹੋਏਗਾ। ਸਾਧ ਸੰਗਤ ਜੀ, ਇਕੱਲੇ ਗਿਆਨ ਦੇ ਨਾਲ ਕੁਛ ਨਹੀਂ ਹੋਣਾ। ਇਹ ਗਿਆਨ ਨੂੰ ਆਪਣੇ ਰੋਮ ਦੇ ਵਿੱਚ ਘਟਾ ਲਈਏ ਆਪਾਂ, ਇਹ ਗਿਆਨ ਦੇ ਅਨੁਸਾਰ ਜਿਹੜੇ ਅਨੁਯਾਈ ਹੋ ਜਾਈਏ ਬਸ। ਗੌੜੀ ਮਹੱਲਾ ਪਹਿਲਾ, ਅੰਗ 223। ਦੂਜੀ ਮਾਇਆ ਜਗਤ ਚਿੱਤ ਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼। ਇਹ ਇੱਕ ਨੰਬਰ ਪਾਇਆ ਇੱਥੇ ਮਹਾਰਾਜ ਨੇ। ਇਸ ਤੋਂ ਬਾਅਦ ਦੂਜਾ ਕੌਣ ਕਹਾਂ ਨਹੀਂ ਕੋਈ, ਸਭ ਮੈਂ ਇੱਕ ਨਿਰੰਜਨ ਸੋਈ ਰਹਾਓ। ਇੱਥੇ ਰਹਾਓ ਦੀ ਪੰਕਤੀ ਹੈਗੀ, ਇੱਥੇ ਵੀ ਇੱਕ ਨੰਬਰ ਪਾਇਆ। ਇਹ ਪਹਿਲਾਂ ਵੀ ਦੱਸਿਆ ਸੀ, ਹੁਣ ਫਿਰ ਦੱਸ ਦਿੰਦੇ ਹਾਂ ਬਈ ਇਹ ਜਿਹੜੇ ਰਹਾਓ ਤੋਂ ਪਹਿਲਾ ਬੰਦ ਜਿਹੜਾ ਹੁੰਦਾ ਹੈ ਇਹ ਇੱਕ ਨੰਬਰ ਹੈ, ਪਰ ਰਹਾਓ ਦੇ ਉੱਤੇ ਵੀ ਇੱਕ ਨੰਬਰ ਹੀ ਹੁੰਦਾ ਹੈ। ਔਰ ਰਹਾਓ ਜਿਹੜਾ ਹੁੰਦਾ ਹੈ ਉਹਦੇ ਵਿੱਚ ਸੈਂਟਰਲ ਆਈਡੀਆ ਹੁੰਦਾ ਹੈ, ਔਰ ਪਹਿਲੇ ਬੰਦ ਨੂੰ ਰਹਾਓ ਦੇ ਨਾਲ ਮਿਲਾ ਕੇ ਜੇ ਕਰਾਂਗੇ ਆਪਾਂ ਤੇ ਬਿਲਕੁਲ ਕੁਐਸਚਨ ਆਨਸਰ ਬਿਲਕੁਲ ਪਤਾ ਲੱਗ ਜਾਂਦਾ ਵੀ ਇਹ ਸ਼ਬਦ ਜਿਹੜਾ ਹੈਗਾ, ਇਹ ਉਪਦੇਸ਼ ਮਹਾਰਾਜ ਕੀ ਆਪਾਂ ਨੂੰ ਉਪਦੇਸ਼ ਕਰਨਾ ਚਾਹੁੰਦੇ। ਕਈ ਵਾਰੀ ਰਹਾਓ ਪਹਿਲਾਂ ਹੁੰਦਾ ਹੈ ਤੇ ਇੱਕ ਨੰਬਰ 1 2 3 4 ਠੀਕ ਹੁੰਦਾ ਬਾਅਦ ਵਿੱਚ, ਬਾਕੀ ਨੰਬਰਿੰਗ ਸਹੀ ਹੁੰਦੀ ਹੈ, ਪਰ ਇਹ ਰਹਾਓ ਔਰ ਪਹਿਲਾ ਨੰਬਰ ਦੋਨਾਂ, ਰਹਾਓ ਦੇ ਉੱਤੇ ਵੀ ਇੱਕ ਨੰਬਰ ਹੀ ਹੁੰਦਾ। ਔਰ ਕਈ ਵਾਰੀ ਰਹਾਓ ਜਿਹੜੇ ਹੈਗੇ ਕਈ ਹੁੰਦੇ, ਰਹਾਓ ਪਹਿਲਾ ਦੂਜਾ ਤੀਜਾ ਚੌਥਾ, 4 ਰਹਾਓ ਹੁੰਦੇ। ਰਹਾਓ ਦਾ ਮਤਲਬ ਹੈ ਕਿ ਉਹਦੇ ਵਿੱਚ ਉਸ ਸੈਂਟਰਲ ਆਈਡੀਆ ਕਰਕੇ ਉਹ ਉਸ ਘਰ ਦੇ ਵਿੱਚ, ਕਿਉਂਕਿ ਇਹ ਪੋਇਟਰੀ ਹੈਗੀ ਆ, ਇਹ ਵਜਨ ਤੋਲ ਸਹੀ ਰੱਖਣਾ ਪੈਂਦਾ ਅਤੇ ਉਸ ਘਰ ਦੇ ਵਿੱਚ ਨਹੀਂ ਹੈਗੀ ਰਹਾਓ ਦੀਆਂ ਪੰਕਤੀਆਂ, ਕਿਉਂਕਿ ਇਹਦੇ ਵਿੱਚ ਉਪਦੇਸ਼ ਹੈ। ਉਪਦੇਸ਼ ਦੇ ਨਾਲ ਉਹਦੇ ਵਿੱਚ, ਕਿਉਂਕਿ ਉਸ ਧੁਰੇ ਦੇ ਉੱਤੇ ਸ਼ਬਦ ਨੇ ਘੁੰਮਣਾ ਹੈ, ਇਸ ਕਰਕੇ ਉਹ ਸਪਸ਼ਟ ਹੋਣਾ ਚਾਹੀਦਾ ਪੂਰਾ, ਜਿੰਨਾ ਕੁ ਅੱਖਰਾਂ ਦੇ ਨਾਲ ਹੋ ਸਕੇ। ਗੌੜੀ ਮਹੱਲਾ ਪਹਿਲਾ, ਦੂਜੀ ਮਾਇਆ ਜਗਤ ਚਿੱਤ ਵਾਸ। ਮਹਾਰਾਜ ਕਹਿੰਦੇ ਆ ਇੱਕ ਪਰਮਾਤਮਾ ਹੈਗਾ, ਬਸ ਜੇ ਉਸ ਤੋਂ ਇਲਾਵਾ ਆਪਾਂ ਸਮਝਦੇ ਹਾਂ ਨਾ, ਕੋਈ ਵੀ ਕਿਸੇ ਨੂੰ ਵੀ ਦੂਸਰਾ ਸਮਝ ਲਿਆ ਆਪਾਂ ਨੇ, ਫਿਰ ਆਪਾਂ ਮਾਇਆ ਦੇ ਵਿੱਚ ਹੈਗੇ। ਔਰ ਇਹ ਮਾਇਆ ਜਿਹੜੀ ਹੈਗੀ ਆਪਣੇ ਚਿੱਤ ਦੇ ਵਿੱਚ ਆ ਗਈ, ਤਾਂ ਹੀ ਆਪਣੇ ਚਿੱਤ ਦੇ ਵਿੱਚ ਵਿਚਾਰ ਉੱਠਦਾ ਹੈ। ਚਿੱਤ ਦੇ ਵਿੱਚ ਚਿੱਤ ਦੇ ਵਿੱਚ ਮਾਇਆ ਆ ਗਈ, ਫਿਰ ਉਹ ਮਾਇਆ ਆ ਗਈ, ਵਿਚਾਰ ਆ ਗਿਆ, ਅਤੇ ਉਹ ਫਿਰ ਮਨ ਨੇ ਫੜ ਲੈਣਾ। ਉਹ ਵਿਚਾਰ ਸੁਰਤ ਦੇ ਦੁਆਰਾ ਮਨ ਫੜ ਲੈਂਦਾ, ਸੁਰਤ ਚਲੇ ਜਾਂਦੀ ਹੈ ਉੱਧਰ, ਅਤੇ ਫਿਰ ਉਹ ਮਨ ਜਿਹੜਾ ਹੈਗਾ ਉਹ ਕਿਰਿਆਸ਼ੀਲ ਹੋ ਜਾਂਦਾ ਹੈ। ਆਪਾਂ ਐਕਸ਼ਨ, ਜੋ ਜੀਵ ਹੈਗਾ ਇਹ ਚੱਲ ਪੈਂਦਾ ਉਸ ਪਾਸੇ ਨੂੰ, ਉਹ ਕੰਮ ਕਰਦਾ ਹੈ। ਆਪਾਂ ਇਸ ਕਰਕੇ ਜਿਹੜਾ ਹੈਗਾ ਧਿਆਨ ਕਰਦੇ ਹਾਂ, ਕਿਉਂਕਿ ਆਪਾਂ ਇਹ ਕਿਰਿਆ ਨੂੰ ਦੇਖੀਏ ਤਾਂ ਸਹੀ ਨਾ, ਇਹ ਚਿੱਤ ਕੀ ਹੈਗਾ,
ਕਿਸ ਤਰ੍ਹਾਂ ਵਿਚਾਰ ਉੱਠਦਾ ਹੈ, ਕਿਸ ਤਰ੍ਹਾਂ ਮਨ ਫੜਦਾ ਹੈ ਉਹਨੂੰ, ਵਿਚਾਰ ਨੂੰ ਕੀ ਸੁਰਤ ਹੈਗੀ ਹੈ, ਸਾਰੀਆਂ ਚੀਜ਼ਾਂ ਜੇ ਆਪਾਂ ਧਿਆਨ ਅੰਦਰ ਆਪਣੇ ਦੇਖ ਦੇਵਾਂਗੇ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸੁਖੈਨ ਹੀ ਆਪਾਂ ਨੂੰ ਇਹ ਸਾਰੀ ਕਿਰਿਆ ਦਾ ਪਤਾ ਲੱਗ ਜਾਏਗਾ। ਇਹ ਸਾਰੇ ਸੁਖੈਨ ਹੀ ਆਪਣੇ ਸਾਰੀ ਮਤ ਕੀ ਹੈ, ਬੁੱਧੀ ਕੀ ਹੈ, ਇਹ ਸਾਰਾ ਕੁਝ ਪਤਾ ਲੱਗਦਾ ਚਲੇ ਜਾਏਗਾ ਆਪਾਂ ਨੂੰ। ਦੂਜੀ ਮਾਇਆ ਜਗਤ ਚਿੱਤ ਵਾਸ। ਕਹਿੰਦੇ ਮਾਇਆ ਕਿੱਥੇ? ਕਹਿੰਦੇ ਚਿੱਤ ਦੇ ਵਿੱਚ ਹੁੰਦੀ ਹੈ। ਸੰਸਾਰ ਦੇ ਜੀਵਾਂ ਦੇ ਚਿੱਤ ਦੇ ਵਿੱਚ ਮਾਇਆ ਹੁੰਦੀ ਹੈ। ਬਾਣੀ ਸਾਰੀ ਜਿਹੜੀ ਹੈਗੀ ਇਨਸਾਨ ਦੀ ਗੱਲ ਕਰਦੀ ਹੈ, ਕਿਉਂਕਿ ਇਸੇ ਦੇ ਵਿੱਚ ਚੌਥਾ ਡਾਇਮੈਂਸ਼ਨ ਹੈਗੇ, ਇਹਦੇ ਵਿੱਚ ਸਪਿਰਿਚੁਅਲ ਡਾਇਮੈਂਸ਼ਨ ਹੈਗਾ। ਆਪਾਂ ਸਪਿਰਿਚੁਅਲ ਜਿਹੜਾ ਹੈਗਾ ਇਸ ਸਰੀਰ ਤੋਂ, ਸੰਸਾਰ ਤੋਂ, ਇਸ ਮਾਇਆ ਤੋਂ ਅੱਗੇ ਵੀ ਸੋਚ ਸਕਦੇ ਹਾਂ। ਇਹ ਖੇਡ ਚੋਂ ਨਿਕਲਣ ਦਾ ਵੀ ਡਾਇਮੈਂਸ਼ਨ ਪਾਇਆ ਮਾਲਕ ਪਰਮਾਤਮਾ ਨੇ। 4 ਡਾਇਮੈਂਸ਼ਨ ਹੁੰਦੇ ਆ, ਫਿਜ਼ੀਕਲ, ਇਮੋਸ਼ਨਲ, ਇੰਟਲੈਕਚੁਅਲ ਤੇ ਸਪਿਰਿਚੁਅਲ। 3 ਡਾਇਮੈਂਸ਼ਨ ਜਿਹੜੇ ਹੈਗੇ ਬਾਕੀ ਜੂਨਾਂ ਦੇ ਵਿੱਚ 3 ਡਾਇਮੈਂਸ਼ਨ ਹੈਗੇ ਆ ਪੱਥਰ ਪੁੱਤਰ ਜਿਹੜੇ ਹਿਲਦੇ ਜੁਲਦੇ ਨਹੀਂ ਹੈਗੇ ਆ, ਇਹ ਫਿਜ਼ੀਕਲ ਡਾਇਮੈਂਸ਼ਨ ਹੈਗਾ। ਦੂਸਰੀ ਜਿਹੜੀ ਇਹ ਜਿਹੜੀ ਬਨਸਪਤੀ ਹੈਗੀ ਇਹ ਇਮੋਸ਼ਨਲ ਹੈਗਾ। ਇਹਦੇ ਵਿੱਚ ਫਿਜ਼ੀਕਲ ਵੀ ਹੈਗਾ ਤੇ ਇਮੋਸ਼ਨਲ ਵੀ ਹੈਗਾ। ਔਰ ਇਸ ਤੋਂ ਬਾਅਦ ਇਹ ਪਰਿੰਦੇ ਜੋ 4 ਚੱਲਣ ਵਾਲੇ ਜੀਵ ਹੈਗੇ ਸਾਰੇ ਦੇ ਸਾਰੇ, ਉਹਨਾਂ ਦੇ ਵਿੱਚ ਫਿਜ਼ੀਕਲ, ਇਮੋਸ਼ਨਲ ਤੇ ਇੰਟਲੈਕਚੁਅਲ 3 ਡਾਇਮੈਂਸ਼ਨ ਹੈਗੇ ਉਹਨਾਂ ਦੇ ਵਿੱਚ। ਔਰ ਇਨਸਾਨ ਐਸਾ ਹੈ ਕਿ ਇਹਦੇ ਵਿੱਚ 4 ਡਾਇਮੈਂਸ਼ਨ ਹੈਗੇ, ਫਿਜ਼ੀਕਲ, ਇਮੋਸ਼ਨਲ, ਇੰਟਲੈਕਚੁਅਲ ਤੇ ਸਪਿਰਿਚੁਅਲ, ਅਧਿਆਤਮਿਕ। ਆਪਾਂ ਸਰੀਰ ਤੋਂ, ਇਸ ਤੋਂ, ਸੰਸਾਰ ਤੋਂ ਅੱਗੇ ਵੀ ਸੋਚ ਸਕਦੇ ਹਾਂ। ਉਸ ਕਰਤਾਰ ਨੂੰ ਵੀ ਆਪਣੇ ਅੰਦਰ, ਆਪਣੇ ਚਿੱਤ ਦੇ ਵਿੱਚ ਲਿਆ ਸਕਦੇ ਹਾਂ ਔਰ ਆਪਾਂ ਖੇਡ ਚੋਂ ਨਿਕਲ ਸਕਦੇ ਹਾਂ। ਸਿਰਫ ਇੱਕ ਮਨੁੱਖ ਹੈਗਾ, ਜਿਹੜਾ ਮਨੁੱਖ ਜੂਨ ਹੈਗੀ, ਜਿਹਦੇ ਵਿੱਚ ਇਹ ਚੌਥਾ ਡਾਇਮੈਂਸ਼ਨ ਹੈਗਾ ਨਿਕਲਣ ਦਾ। ਕਿਉਂਕਿ ਸਾਇੰਟਿਸਟ ਨੇ ਡਿਕਲੇਅਰ ਕਰ ਦਿੱਤਾ ਬਈ ਦੇਖੋ, ਉਹਦੇ ਵਿੱਚ ਇੰਡੀਅਨ ਸਾਇੰਟਿਸਟ ਹੀ ਸੀਗਾ ਜਿਹਨੇ ਵੀ ਜੀਵ ਜਿਹੜੇ ਪੇੜ ਪੌਦੇ ਹੈਗੇ ਇਹਨਾਂ ਦੇ ਵਿੱਚ ਵੀ ਸੈਂਸ ਹੈਗਾ। ਛੂਈ ਮੂਈ ਦਾ ਪੌਦਾ ਹੈਗਾ, ਦੇਖ ਲਓ ਕਿਸ ਤਰ੍ਹਾਂ ਉਂਗਲ ਲਗਾਓ ਤੇ ਇਕੱਠੇ ਹੋ ਜਾਂਦੇ ਉਹਦੇ ਪੱਤੇ। ਦੂਜੀ ਮਾਇਆ ਜਗਤ ਚਿੱਤ ਵਾਸ। ਹੁਣ ਪਰਮਾਤਮਾ ਨੇ ਔਰ ਇਹ ਹੈ, ਪਰਮਾਤਮਾ ਕੋਈ ਬੰਦਾ ਤਿਮੀ ਆਪਣੇ ਵਰਗਾ ਥੋੜ੍ਹੀ ਨਾ ਹੈਗਾ। ਪਰਮਾਤਮਾ ਤਾਂ ਬਹੁਤ ਵੱਡਾ ਹੈ। ਪਰਮਾਤਮਾ ਦੇ ਬਾਰੇ ਨਾ ਆਪਾਂ ਵੀ ਹੁਣ ਪਰਮਾਤਮਾ ਨੇ ਸਾਰਾ ਸੰਸਾਰ, ਇਹ ਸਾਰਾ ਪਲੈਨਟ, ਸਾਰੇ ਦੇਖ ਲਓ ਕਿੰਨਾ ਮੈਟਰ ਹੈਗਾ। ਇਹ ਮੈਟਰ ਕੀ ਹੈ? ਸ਼ਕਤੀ ਹੈ, ਉਹਦੀ ਸ਼ਕਤੀ ਹੈ। ਔਰ ਬਿਜਲੀ ਚਮਕਦੀ ਹੈ, ਕਿੰਨੇ ਹਜ਼ਾਰਾਂ ਐਂਪੀਅਰ ਕਰੰਟ ਹੁੰਦਾ ਹੈ ਉਹਦੇ ਵਿੱਚ। ਇੰਨਾ ਸਾਰਾ ਕੁਛ ਇਹ ਪਰਮਾਤਮਾ ਦੇ ਕੋਲ ਕਿਵੇਂ ਆ ਗਿਆ? ਉਹ ਪਰਮਾਤਮਾ ਨੂੰ ਕਿਹਨੇ ਬਣਾਇਆ? ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਰੇ ਆਪਾਂ ਆਪਣੀ ਬੁੱਧੀ ਦੇ ਨਾਲ, ਬੁੱਧੀ ਚੱਲ ਰਹੀ ਆ ਆਪਣੀ। ਉਹ ਪਰਮਾਤਮਾ ਦਾ ਉਹ ਤਾਂ ਬੁੱਧੀ ਬਣਾਉਣ ਵਾਲਾ ਹੈਗਾ। ਇਹ ਬੁੱਧੀ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨੂੰ ਆਪਾਂ ਸੋਚ ਸਕਦੇ। ਇਸ ਲਈ ਇਸ ਪਾਸੇ ਧਿਆਨ ਦੇਣਾ ਫਿਜ਼ੂਲ ਹੈ। ਇਹ ਗੱਲਾਂ ਸੋਚਣੀਆਂ, ਸਮਾਂ ਵਿਅਰਥ ਕਰਨਾ। ਦੂਜੀ ਮਾਇਆ ਜਗਤ ਚਿੱਤ ਵਾਸ। ਕਹਿੰਦੇ ਸੰਸਾਰ ਦੇ, ਇਨਸਾਨ ਦੇ ਚਿੱਤ ਦੇ ਵਿੱਚ ਮਾਇਆ ਵਸ ਜਾਂਦੀ ਹੈ। ਚਿੱਤ ਦੇ ਵਿੱਚ, ਚਿੱਤ 'ਚ ਹੀ ਆਉਣਾ ਹੈ। ਕੋਈ ਵੀ ਚੀਜ਼ ਨੇ ਚਿੱਤ 'ਚ ਹੀ ਆਊਗਾ ਤੇ ਬਸ ਕੋਈ ਵੀ ਆਕਾਰ ਦਾ ਸੰਸਾਰ ਦਾ। ਔਰ ਮਾਲਕ ਨੇ ਇਹ ਖੇਡ ਬਣਾਈ ਐਸੀ ਹੈ, ਆਪਾਂ ਨੂੰ 5 ਗਿਆਨ ਇੰਦਰੀਆਂ ਦਿੱਤੀਆਂ, ਫਿਰ ਕਰਮ ਇੰਦਰੀਆਂ ਦਿੱਤੀਆਂ, ਫਿਰ ਸਾਰਾ ਆਕਾਰ ਹੈ, ਮੈਟਰ ਹੈਗਾ। ਔਰ ਇਹ ਸਵਾਦ ਪਾਇਆ। ਔਰ ਇਹ ਮੋਹ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਜਿਹੜੇ ਹੈਗੇ ਫਿਰ ਇਹ ਫਸਾਉਣ ਵਾਲੇ ਹੈਗੇ ਆਈਟਮ। ਦੂਜੀ ਮਾਇਆ ਜਗਤ ਚਿਤਵਾਸ, ਕਾਮ, ਕ੍ਰੋਧ, ਅਹੰਕਾਰ, ਵਿਨਾਸ਼। ਆ ਗਏ ਉਸੇ ਵੇਲੇ। ਇਹ ਪੋਇਟਰੀ ਹੈਗੀ। ਕਾਮ, ਕ੍ਰੋਧ, ਅਹੰਕਾਰ ਸਾਰੇ ਜਿਹੜੇ ਹੈਗੇ ਇਹਦੇ ਵਿੱਚ 5 ਹੈਗੇ। ਕਹਿੰਦੇ ਇਹ ਮਾਇਆ ਦੇ ਵਿੱਚ, ਚਿੱਤ ਦੇ ਵਿੱਚ ਮਾਇਆ ਆ ਗਈ ਤੇ ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ, ਹੰਕਾਰ ਜਿਹੜੇ ਹੈਗੇ ਇਹਨਾਂ ਨੇ ਵਿਨਾਸ਼ ਕਰ ਦੇਣਾ। ਜੇ ਇਸ ਤਰ੍ਹਾਂ ਹੀ ਜੀਵਨ ਆਪਣਾ ਮਾਇਆ ਦੇ ਵਿੱਚ ਹੀ ਗੁਜ਼ਾਰਦੇ ਰਹਿ ਗਏ ਆਪਾਂ ਤੇ
ਆਪਾਂ ਨੂੰ ਮਨੁੱਖੀ ਜੀਵਨ ਦਾ ਵਿਨਾਸ਼ ਹੋ ਜਾਏਗਾ। ਇਹ ਚਾਂਸ ਮਿਲਿਆ, ਬਾਰੀ ਮਿਲੀ ਆ, ਆਪਣਾ ਤਾਂ ਵਿਨਾਸ਼ ਹੋ ਹੀ ਨਹੀਂ ਸਕਦਾ ਕਿਉਂਕਿ ਆਪਾਂ ਪਰਮਾਤਮਾ ਦਾ ਅੰਸ਼ ਹੈਗੇ ਹਾਂ। ਕੋਈ ਵੀ ਚੀਜ਼ ਦਾ ਵਿਨਾਸ਼ ਹੋ ਹੀ ਨਹੀਂ ਸਕਦਾ। ਆ ਪ੍ਰਕਿਰਤੀ ਜਿਹੜੀ ਹੈਗੀ ਜੋ ਵੀ ਹੈ ਇਹ ਪਰਮਾਤਮਾ ਦੀ ਸ਼ਕਤੀ ਹੈਗੀ। ਇਹ ਸ਼ਕਤੀ ਥੋੜੀ ਨਾ ਉਹਦੀ ਉਹ ਮਾਲਕ ਦੀ ਸ਼ਕਤੀ ਕਿੱਥੇ ਜਾਏਗੀ? ਮਾਲਕ ਦੇ ਵਿੱਚ ਹੀ ਹੈ। ਦੂਜੀ ਮਾਇਆ ਜਗਤ ਚਿਤ ਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼, ਦੂਜਾ ਕੌਣ ਕਹਾਂ ਨਹੀਂ ਕੋਈ। ਦੂਜਾ ਕੌਣ ਕਹਾਂ, ਮੈਂ ਕਹਿੰਦੇ ਦੂਸਰਾ ਕਿਹਨੂੰ ਕਹਾਂ ਮੈਂ? ਦੂਜਾ ਕੌਣ ਕਹਾਂ ਨਹੀਂ ਕੋਈ। ਕੋਈ ਨਹੀਂ ਹੈ ਦੂਸਰਾ, ਕਹਿੰਦੇ ਕੋਈ ਨਹੀਂ ਹੈ ਦੂਸਰਾ, ਧੋਖਾ ਹੈ ਬਸ। ਦੂਜਾ ਕੌਣ ਕਹਾਂ ਨਹੀਂ ਕੋਈ, ਸਭ ਮੈਂ ਇੱਕ ਨਿਰੰਜਨ ਸੋਈ। ਸਾਰਿਆਂ ਦੇ ਵਿੱਚ ਕਹਿੰਦੇ ਆ ਉਹੀ ਉਹ ਮਾਲਕ ਆ। ਉਹਨੇ ਸੰਸਾਰ ਬਣਾਇਆ, ਆਪਾਂ ਨੂੰ ਅੰਜਨ ਕਾਲਕ ਬਣਾਈ ਆ। ਇਹ ਭੋਗ ਸਵਾਦ ਪਦਾਰਥ ਇਹੀ ਕਾਲਕ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਮਾਲਕ ਨੇ ਬਣਾਈ ਹੈ। ਮਾਲਕ ਨੇ ਬਣਾਈ ਹੈ ਇਹ ਚੀਜ਼। ਮਾਲਕ ਆਪ ਨਿਰੰਜਨ ਹੈਗਾ ਔਰ ਸਾਰਿਆਂ ਦੇ ਵਿੱਚ ਹੈਗਾ। ਕਮਾਲ ਦੀ ਗੱਲ ਤਾਂ ਹੈਗੀ ਵੀ ਸਾਰਿਆਂ ਦੇ ਵਿੱਚ ਹੈ ਉਹ ਆਤਮਾ, ਉਹ ਨਿਰੰਜਨ ਹੈਗੀ। ਰਹਾਓ ਬਸ ਉਹਦੇ ਉੱਤੇ ਜਿਹੜੀ ਹੈਗੀ ਇਹ ਪ੍ਰਕਿਰਤੀ ਜਿਹੜੀ ਮਾਇਆ ਜਿਹੜੀ ਹੈ, ਇਹ ਮਾਇਆ ਇਹਦੀ ਮੈਲ ਇਹ ਜਨਮ ਕੋ ਕੀ ਇਸ ਮਨ ਕੋ ਮਲ ਲੱਗ ਗਈ, ਇਹ ਚੜ੍ਹ ਜਾਂਦੀ ਹੈ ਵਿਚਾਰਾਂ ਦੇ ਦੁਆਰਾ, ਮਾਇਆ ਦੇ ਦੁਆਰਾ। ਮਾਇਆ ਆਪਾਂ ਡੁਐਲਿਟੀ ਦੇ ਦੁਆਰਾ ਸੰਸਾਰ ਨੂੰ ਆਪਾਂ ਅਲੱਗ ਸਮਝ ਲੈਂਦੇ ਹਾਂ ਔਰ ਇਹ ਉਹਦੇ ਵਿੱਚ ਹੀ ਆਪਾਂ ਫਿਰ ਜਿਹੜੇ ਇਹੀ ਖੇਡ ਪਾਈ ਹੋਈ ਹੈ ਮਾਲਕ ਨੇ। ਇਹਨੂੰ ਪ੍ਰਕਿਰਤੀ ਕਹਿੰਦੇ ਆ। ਦੂਜੀ ਰਹਾਓ, ਦੂਜਾ ਕੌਣ ਕਹਾਂ ਨਹੀਂ ਕੋਈ, ਸਭ ਮੈਂ ਇੱਕ ਨਿਰੰਜਨ ਸੋਈ ਰਹਾਓ। ਦੂਜੀ ਦੁਰਮਤ ਆਖੈ ਦੋਏ। ਬਸ ਕਹਿੰਦੇ ਜਿਹੜਾ ਵੀ ਦੂਜਾ ਕਹਿ ਰਿਹਾ ਹੈ ਨਾ, ਜਿਹਨੂੰ ਵੀ ਦੂਸਰਾ ਨਜ਼ਰ ਆ ਰਿਹਾ, ਆਪਾਂ ਦੇਖੋ ਇਹ ਹੁਣ ਗੱਲਾਂ ਬਾਤਾਂ ਦੇ ਨਾਲ, ਬਾਣੀ ਦੇ ਨਾਲ ਆਪਣਾ ਮਨ ਦਰਵਿਤ ਹੋ ਰਿਹਾ ਤੇ ਆਪਾਂ ਨੂੰ ਸਮਝ ਆ ਰਿਹਾ ਵੀ ਦੂਜਾ ਸਾਰਾ ਇਹ ਸਾਰੀ ਚੀਜ਼ ਆਪਾਂ ਨੂੰ ਸਮਝ ਆ ਰਹੀ ਹੈ। ਪਰ ਇਸ ਤੋਂ ਬਾਅਦ ਜਦ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਉਸੇ ਟਾਈਮ ਜਿਹੜਾ ਹੈਗਾ ਦੂਸਰਾ ਆਪਣੇ ਅੰਦਰ ਮਾਇਆ ਡੁਐਲਿਟੀ ਆ ਜਾਂਦੀ ਹੈ। ਉਸੇ ਟਾਈਮ ਆ ਜਾਏਗੀ ਔਰ ਆਪਾਂ ਜਿਹੜੇ ਹੈਗੇ ਬਿਲਕੁਲ ਜਿਹੜੇ ਹੈਗੇ ਕਿਸੇ ਦੀ ਗੱਲ ਚੁਭਣ ਲੱਗ ਜਾਏਗੀ, ਕਿਸੇ ਦੀ ਗੱਲ ਚੰਗੀ ਲੱਗਣ ਲੱਗ ਜਾਏਗੀ। ਐਸੇ ਤਰੀਕੇ ਦੇ ਨਾਲ ਪੂਰਾ ਦਾ ਪੂਰਾ ਸੰਸਾਰ ਦੇ ਵਿੱਚ ਦਿਨ ਜਿਹੜਾ ਹੈਗਾ ਇਸ ਤਰ੍ਹਾਂ ਹੀ ਗੁਜ਼ਰ ਜਾਂਦਾ ਹੈ। ਰਾਤ ਵੀ ਜਿਹੜੀ ਹੈਗੀ ਉਹ ਚੋਭਾਂ ਦੇ ਵਿੱਚ ਹੀ ਗੁਜ਼ਰ ਜਾਂਦੀ ਹੈ। ਦੂਜੀ ਦੁਰਮਤ ਆਖੇ ਦੋਏ, ਆਵੇ ਜਾਏ ਮਰੇ ਦੂਜਾ ਹੋਏ। ਕਹਿੰਦੇ ਭੈੜੀ ਮੱਤ ਆ, ਤਾਂ ਹੀ ਤਾਂ ਤੂੰ ਫਸਦਾ ਹੈ ਭਾਈ। ਇਹ ਭੈੜੀ ਮੱਤ ਆ, ਇਹੀ ਖੇਡ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ। ਇਹ ਮਾਲਕ ਨੇ ਪਾਈ ਹੈ, ਇਸ ਨੂੰ ਆਪਾਂ ਨੇ ਜਿੱਤਣਾ ਹੈਗਾ। ਇਹ ਭੈੜੀ ਮੱਤ ਹਟਾਉਣੀ ਆਪਾਂ ਨੇ। ਦੂਜੀ ਦੁਰਮਤ ਆਖੇ ਦੋਏ, ਕਹਿੰਦੇ ਦੋਏ ਕਹਿ ਰਹੇ ਆ ਨਾ, ਬਸ ਭੈੜੀ ਮੱਤ ਆ ਗਈ ਉਹਦੇ ਕੋਲ, ਦੁਰਮਤ ਆ ਗਈ। ਇਹ ਦੂਜੀ ਡੁਐਲਿਟੀ ਮਾਇਆ। ਫਿਰ ਕੀ ਹੋਏਗਾ ਇਹਦੇ ਨਾਲ? ਕਹਿੰਦੇ ਆਵੇ ਜਾਏ ਮਰੇ ਦੂਜਾ ਹੋਏ। ਬਸ ਦੂਜਾ ਹੀ ਰਹੇਗਾ। ਫਿਰ ਇਸ ਸੰਸਾਰ ਦੇ ਵਿੱਚ ਹੀ ਘੁੰਮਦਾ ਰਹੇਗਾ ਜਿਹਨੂੰ ਤੂੰ ਦੂਸਰਾ ਕਹਿ ਰਿਹਾ। ਆਵੇ ਜਾਏ ਆਉਂਦਾ ਜਾਂਦਾ ਰਹੇਗਾ, ਮਰ ਜਾਏਗਾ ਦੂਜਾ ਹੋ ਜਾਏਗਾ, ਦੂਜਾ ਹੀ ਹੋ ਜਾਏਗਾ। ਪਿਆਰਿਆ ਮੇਰੇ ਮਨਾ ਸਮਝ ਲਾ, ਨਾ ਕਰ ਬੇਵਕੂਫੀ। ਦੂਜੀ ਦੁਰਮਤ ਆਖੈ ਦੋਏ, ਆਵੇ ਜਾਏ ਮਰੇ ਦੂਜਾ ਹੋਏ। ਤਰਨ ਗਗਨ ਨਾ ਦੇਖੋ ਦੋਏ। ਓਹੋ ਵਾਹ ਮਹਾਰਾਜ ਜੀ ਵਾਹ। ਕਹਿੰਦੇ ਮੈਨੂੰ ਤਾਂ ਧਰਤੀ ਤੇ ਅਸਮਾਨ ਦੇ ਵਿੱਚ ਕਿਤੇ ਵੀ ਦੂਸਰਾ ਨਹੀਂ ਨਜ਼ਰ ਆਉਂਦਾ। ਇਹ ਦੋਏ ਨਹੀਂ ਨਜ਼ਰ ਆਉਂਦੀ, ਮਾਇਆ ਨਹੀਂ ਨਜ਼ਰ ਆਉਂਦੀ ਮੈਨੂੰ। ਤਰਨ ਗਗਨ ਨਾ ਦੇਖੋ ਦੋਏ, ਨਾਰੀ ਪੁਰਖ ਸਬਾਈ ਲੋਏ। ਕਹਿੰਦੇ ਹਰ ਇੱਕ ਦੇ ਅੰਦਰ, ਔਰਤ ਆਦਮੀ ਸਾਰਿਆਂ ਦੇ ਅੰਦਰ, ਸਾਰੀ ਸ੍ਰਿਸ਼ਟੀ ਦੇ ਅੰਦਰ ਮੈਨੂੰ ਦੂਸਰਾ ਕੋਈ ਨਹੀਂ ਨਜ਼ਰ ਆਉਂਦਾ। ਰਬ ਸਸ ਦੇਖੋ ਦੀਪਕ ਉਜਿਆਲਾ। ਕਹਿੰਦੇ ਮੈਨੂੰ ਆ ਪਲੈਨਟ ਜਿਹੜੇ ਹੈਗੇ, ਆ ਸੂਰਜ ਚੰਦਰਮਾ, ਇਹ ਸਾਰੇ ਜੋ ਵੀ ਤਾਰੇ ਤੂਰੇ ਜੋ ਨਜ਼ਰ ਆ ਰਹੇ ਆ, ਉਜਿਆਲਾ ਜਿਹੜਾ ਨਜ਼ਰ ਆ ਰਿਹਾ ਆ, ਇਹ ਦੀਵੇ ਜਗ ਰਹੇ ਆ ਜਿਹੜੇ ਸੰਸਾਰ ਦੇ ਵਿੱਚ। ਸਰਵ ਨਿਰੰਤਰ ਪ੍ਰੀਤਮ ਬਾਲਾ,
ਉਹ ਮੇਰਾ ਮਾਲਕ, ਉਹ ਮੇਰਾ ਬਾਲਾ, ਉਹ ਉਹ ਬਾਲਾ ਹੀ ਰਹਿੰਦਾ ਹਮੇਸ਼ਾ ਮਾਲਕ ਪਰਮਾਤਮਾ। ਆਪਾਂ ਹੀ ਬੁੱਢੇ ਹੋ ਜਾਂਦੇ ਆ, ਉਹ ਮਾਲਕ ਬਾਲਾ ਹੀ ਰਹਿੰਦਾ ਹੈ ਸਰਬ ਨਿਰੰਤਰ, ਔਰ ਸਾਰਿਆਂ ਦੇ ਅੰਦਰ ਉਹੀ ਬਾਲਾ ਹੀ ਹੈਗਾ। ਤਾਂ ਹੀ ਜਿਹੜਾ ਹੈਗਾ ਆਤਮਾ ਬੁੱਢੀ ਨਹੀਂ ਹੁੰਦੀ, ਇਹ ਮਨ ਬੁੱਢਾ ਨਹੀਂ ਹੁੰਦਾ। ਮਨ ਹੀ ਆਤਮਾ ਹੈਗੀ, ਮਨ ਦੇ ਉੱਤੇ ਖੋਲ ਹੈਗਾ ਬਸ। ਸਰਬ ਨਿਰੰਤਰ ਪ੍ਰੀਤਮ ਵਾਲਾ, ਕਮਾਲ ਦਾ ਗਿਆਨ ਹੈ ਜੀ, ਕਮਾਲ ਦਾ ਗਿਆਨ ਹੈ। ਕਰ ਕਿਰਪਾ ਮੇਰਾ ਚਿੱਤ ਲਾਇਆ, ਸਤਿਗੁਰੇ ਮੋਖੋ ਏਕ ਬੁਝਾਇਆ। ਆ ਦੇਖ ਲਓ ਹੁਣ ਸਤਿਗੁਰੂ ਆਪਣੇ ਪ੍ਰਤੱਖ ਪਹਿਲੀ ਪਾਤਸ਼ਾਹੀ ਬੋਲ ਰਹੀ ਹੈ, ਆਪਾਂ ਵੀ ਬੁੱਝ ਲਈਏ, ਆਪਾਂ ਵੀ ਚਿੱਤ ਲਾ ਲਈਏ। ਮਹਾਰਾਜ ਕਹਿੰਦੇ ਆਪਣੇ ਤੇ ਲੈ ਕੇ ਕਹਿ ਰਿਹਾ, ਮੇਰੇ ਗੁਰੂ ਨੇ, ਮੇਰੇ ਸਤਿਗੁਰੂ ਨੇ ਮੈਨੂੰ ਇੱਕ ਬੁਝਾਇਆ, ਮੈਨੂੰ ਨਹੀਂ, ਇਹ ਡੁਐਲਿਟੀ ਮੇਰੇ ਤੋਂ ਕੱਢ ਦਿੱਤੀ, ਮੇਰੇ ਤੇ ਕਿਰਪਾ ਕਰ ਦਿੱਤੀ। ਕਰ ਕਿਰਪਾ ਮੇਰਾ ਚਿੱਤ ਲਾਇਆ, ਸਤਿਗੁਰੇ ਮੋਖੋ ਏਕ ਬੁਝਾਇਆ। ਵਾਹ ਜੀ ਵਾਹ, ਕਮਾਲ ਹੈ। ਏਕ ਨਿਰੰਜਨ ਗੁਰਮੁਖੇ ਜਾਤਾ, ਦੂਜਾ ਮਾਰ ਸ਼ਬਦੇ ਪਛਾਤਾ। ਕਹਿੰਦੇ ਸਤਿਗੁਰੂ ਦੇ ਸ਼ਬਦ ਦੇ ਦੁਆਰਾ ਦੂਜੇ ਨੂੰ ਮਾਰਤਾ ਮੈਂ, ਸੀਗਾ ਮੇਰੇ ਅੰਦਰ, ਦੂਜਾ ਮਾਰਤਾ, ਔਰ ਬਸ ਗੁਰੂ ਦੇ ਰਾਹੀਂ ਇੱਕ ਜਾਣ ਲਿਆ, ਉਹ ਨਿਰੰਜਨ ਜਾਣ ਲਿਆ, ਮੇਰੇ ਅੰਦਰ ਹੀ ਹੈਗਾ, ਮੈਂ ਹੀ ਹੈਗਾ ਉਹ, ਬਸ ਫਸਿਆ ਹੋਏ ਹੈ। ਏਕੋ ਹੁਕਮ ਵਰਤੇ ਸਭ ਲੋਈ, ਇੱਕ ਹਸਤੇ ਸਭ ਉਪਤ ਹੋਈ। ਇੱਕੋ ਹੀ ਹੁਕਮ ਚੱਲ ਰਿਹਾ ਹੈ, ਇੱਕੋ ਹੀ ਹੁਕਮ ਆ, ਉਸੇ ਮਾਲਕ ਦਾ, ਪਰਮਾਤਮਾ ਦਾ ਰੂਲ ਉਸੇ ਦੇ ਚੱਲ ਰਹੇ। ਸਾਰੇ ਰੂਲ ਜੋ ਕੁਛ ਵੀ ਹੈਗਾ, ਸਾਰਾ ਕੁਛ ਉਹਦਾ ਹੀ ਹੈਗਾ ਭਾਈ, ਸਾਰਾ ਕੁਛ, ਦੂਸਰਾ ਕੁਛ ਨਹੀਂ ਹੈਗਾ, ਨਾ ਕੋਈ ਦੂਜਾ ਹੈਗਾ, ਨਾ ਕੋਈ ਦੂਸਰੇ ਦਾ ਰੂਲ ਹੈਗਾ। ਏਕੋ ਹੁਕਮ ਵਰਤੇ ਸਭ ਲੋਈ, ਇੱਕ ਹਸਤੇ ਸਭ ਉਪਤ ਹੋਈ। ਦੇਖੋ ਕਿੰਨਾ ਕਲੀਅਰ ਵੀ ਇੱਕ ਤੋਂ ਹੀ ਪੈਦਾ ਹੋਏ ਆਪਾਂ ਸਾਰੇ, ਉਸੇ ਤੋਂ ਸਾਰੀ ਮਾਇਆ ਔਰ ਸਾਰੇ ਜੀਵ, ਸਾਰੀ ਸ੍ਰਿਸ਼ਟੀ ਉਸੇ ਤੋਂ ਪੈਦਾ ਹੋਈ, ਉਸੇ ਦਾ ਹੁਕਮ ਚੱਲ ਰਿਹਾ ਹੈ। ਏਕੋ ਹੁਕਮ ਵਰਤੇ ਸਭ ਲੋਈ, ਲੋਈ ਮਤਲਬ ਲੁਕਾਈ, ਇੱਕ ਹਸਤੇ ਸਭ ਉਪਤ ਹੋਈ। ਰਾਹ ਦੋਵੇਂ ਖਸਮ ਏਕੋ ਜਾਣ। ਓਹੋ, ਇਸ ਤੋਂ ਹੋਰ ਕਲੀਅਰ ਕੀ ਕਹਿ ਸਕਦੇ ਮਹਾਰਾਜ। ਕਹਿੰਦੇ ਦੋ ਰਸਤੇ ਆ, ਇੱਕ ਮਾਇਆ, ਦੂਸਰਾ ਲੱਗਦਾ ਆ। ਦੋ ਰਸਤੇ ਹੈਗੇ। ਹੁਣ ਆਪਸ਼ਨ ਤੇਰੇ ਕੋਲ ਹੈਗਾ, ਹੈ ਇਨਸਾਨ, ਕਿ ਤੂੰ ਸੱਚ ਵੱਲ ਚੱਲਣਾ ਹੈ ਕਿ ਦੂਜੇ ਵੱਲ ਜਾਣਾ ਹੈ, ਝੂਠ ਵੱਲ ਜਾਣਾ ਹੈ। ਦੋ ਰਸਤੇ ਹੈਗੇ, ਔਰ ਖਸਮ ਇੱਕੋ ਹੀ ਹੈ ਦੋਨਾਂ ਦਾ। ਦੋਨਾਂ ਦੇ ਵੱਲ ਉਸੇ ਨੇ ਦੇਣਾ ਹੈ, ਦੋਨਾਂ ਦਾ, ਉੱਧਰ ਵੀ ਉਸੇ ਨੇ ਦੇਣਾ ਹੈ, ਇੱਧਰ ਵੀ ਉਸੇ ਨੇ ਦੇਣਾ ਹੈ। ਕੰਟਰੋਲਰ ਇੱਕੋ ਹੀ ਹੈ, ਮਾਲਕ ਇੱਕੋ ਹੀ ਹੈ, ਕਰਤਾ ਇੱਕੋ ਹੀ ਹੈਗਾ ਦੋਨੋਂ ਰਸਤਿਆਂ ਦਾ। ਰਾਹ ਦੋਵੇਂ ਖਸਮ ਏਕੋ ਜਾਣ, ਗੁਰ ਕੈ ਸ਼ਬਦੇ ਹੁਕਮ ਪਛਾਣ। ਦੇਖੋ ਫਿਰ ਕਹਿ ਰਹੇ, ਕਹਿੰਦੇ ਤੈਨੂੰ ਕੀ ਹੁਕਮ ਆ, ਤੂੰ ਮਨੁੱਖ ਸਰੀਰ ਦੇ ਵਿੱਚ ਹੈਗਾ, 84 ਲੱਖ ਜੂਨਾਂ ਤੇਰੇ ਸਾਹਮਣੇ ਘੁੰਮ ਰਹੀਆਂ ਆ, ਤੈਨੂੰ ਆਪਣਾ ਹੁਕਮ ਪਛਾਣ ਲਾ। ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਇਹ ਸਾਰੀ ਦੀ ਸਾਰੀ ਹੁਕਮ ਦੱਸ ਰਹੀ। ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬੌੜ ਜਨਮ ਨਾ ਆਵਾਂ। ਫਿਰ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੇ ਦੀਆ ਬੁਝਾਏ ਜੀਓ। ਹੁਕਮ ਆ ਇੱਕੋ ਹੀ ਹੈ, ਆਤਮਾ ਨੂੰ ਪਛਾਣ, ਆਪਣੇ ਆਪ ਨੂੰ ਪਛਾਣ, ਤੂੰ ਕੌਣ ਹੈਗਾ। ਇਹ ਖੋਲ ਨੂੰ ਲਾ ਦੇ। ਰਾਹ ਦੋਵੇਂ ਖਸਮ ਏਕੋ ਜਾਣ, ਗੁਰ ਕੈ ਸ਼ਬਦੇ ਹੁਕਮ ਪਛਾਣ। ਸਗਲ ਰੂਪ ਵਰਨ ਮਨ ਮਾਹੀ। ਇਹ ਸਾਰੇ ਦੇ ਸਾਰੇ ਜਿੰਨੇ ਵੀ ਰੂਪ ਹੈ ਸੰਸਾਰ ਦੇ ਵਿੱਚ, ਜੋ ਕੁਛ ਵੀ ਡੁਐਲਿਟੀ ਤੈਨੂੰ ਨਜ਼ਰ ਆ ਰਹੀ ਹੈ, ਇਹ ਸਾਰੇ ਜੋ ਵੀ ਜਿੰਨੇ ਵੀ ਜੀਵ ਹੈ, ਸਾਰੇ ਦੇ ਸਾਰਾ ਕੁਛ ਤੇਰੇ ਮਨ ਦੇ ਵਿੱਚ ਹੈਗਾ, ਉਹੀ ਹੈਗਾ। ਇਹ ਸਾਰਾ ਕੁਛ ਉਹੀ ਹੈ ਜੋ ਤੇਰੇ ਮਨ ਦੇ ਵਿੱਚ ਹੈਗਾ, ਜੋ ਤੂੰ ਹੈਗਾ। ਸਗਲ ਰੂਪ ਵਰਨ ਮਨ ਮਾਹੀ, ਮਨ ਦੇ ਵਿੱਚ, ਤੇਰੇ ਮਨ ਦੇ ਵਿੱਚ। ਦੇਖ ਲਓ ਸਾਧ ਸੰਗਤ ਜੀ, ਇਸ ਤੋਂ ਉੱਪਰ ਕੀ ਕਹਿ ਸਕਦੀ ਬਾਣੀ। ਕਹੋ ਨਾਨਕ ਏਕੋ ਸਲਾਹੀ। ਬਸ ਮਹਾਰਾਜ ਕਹਿੰਦੇ ਮੈਂ ਤਾਂ ਉਸੇ ਨੂੰ ਕਹਿਣਾ ਹੈ ਭਾਈ। ਕਹੋ ਨਾਨਕ ਏਕੋ ਸਲਾਹੀ, ਮੈਂ ਤਾਂ ਇੱਕੋ ਨੂੰ ਸਲਾਹੂੰਗਾ ਭਾਈ। ਵਾਹਿਗੁਰੂ। ਅਗਲਾ ਸੁਖਵਿੰਦਰ ਜੀ ਕਹਿੰਦੇ 2 ਹੋ ਜਾਣਗੇ,
ਹੋ ਜਾਣਗੇ ਦੋ ਅਸ਼ਟਪਦੀ। 1 ਤੇ 2 ਮਿੰਟ ਲਾ ਲਾਂ ਜੀ, ਫਿਰ ਆਪਾਂ ਅਗਲੇ ਤੇ ਚੱਲਿਓ, ਹਜੇ ਬਹੁਤ ਟਾਈਮ ਆ। ਹਾਂਜੀ ਬੋਲੋ। ਕਿਉਂਕਿ ਫਿਰ ਮੇਰੇ ਚੋਂ ਜੋ ਆ ਰਿਹਾ ਕੁਝ ਨਿਕਲ ਨਾ ਜਾਵੇ ਨਹੀਂ ਇਸ ਦਾ। ਲਾਲਾ ਜੀ ਹਾਂਜੀ ਹਾਂਜੀ ਜ਼ਰੂਰ। ਹਾਂਜੀ ਹਾਂਜੀ, ਸ਼ੁਕਰ ਹੈ ਜੀ ਮਾਲਕ ਦਾ। ਦੇਖੋ ਇਸ ਦੇ ਵਿੱਚ ਨਾ ਮਤਲਬ ਅੱਜ ਸਾਨੂੰ ਗੁਰੂ ਸਾਹਿਬ ਨਾ ਬਹੁਤ ਨੇੜੇ ਲੈ ਕੇ ਜਾ ਰਹੇ ਨੇ। ਹੁਣ ਦੇਖੋ ਅਸੀਂ ਕਿਉਂਕਿ ਪਿੱਛੇ ਹਉਮੈ ਦੀ ਗੱਲ ਕਰ ਗਏ ਹਨਾ, ਇਸ ਮਨ ਦੀ ਬੜੀਆਂ ਸਾਰੇ ਵਿਕਾਰਾਂ ਦੀ ਗੱਲ ਕਰਤੀ। ਹੁਣ ਅਖੀਰ ਤੇ ਕਿੱਥੇ ਜਿਹੜੀ ਫਸੀ ਕਿੱਥੇ ਹੋਈ ਹੈ ਜਿਹੜੀ ਸੁਖਵਿੰਦਰ ਜੀ ਤੁਹਾਡਾ ਨੈਟ ਨਹੀਂ ਸਹੀ। ਸੁਖਵਿੰਦਰ ਜੀ ਤੁਹਾਡਾ ਨੈਟ ਸਹੀ ਨਹੀਂ ਹੈਗਾ, ਦੇਖ ਲੈਣਾ ਨੈਟ ਸਹੀ ਨਹੀਂ ਹੈ। ਨਹੀਂ ਆਵਾਜ਼ ਤਾਂ ਨਹੀਂ ਆਵਾਜ਼ ਨਹੀਂ ਲੱਗ ਰਿਹਾ। ਮੈਂ ਜਰਾ ਫਿਰ ਚੈੱਕ ਵੀ ਕਰ ਲਾਂਗੇ। ਹਾਂ ਮਿਊਟ ਹੋ ਜਾਂਦੀ ਹੈ, ਉਹ ਮਿਊਟ ਹੋ ਜਾਂਦੀ ਹੈ। ਨਹੀਂ ਮਿਊਟ ਤਾਂ ਨਹੀਂ ਕੀਤਾ ਮੈਂ। ਨਹੀਂ ਮਿਊਟ ਨਹੀਂ ਮਤਲਬ ਉਹਦੀ ਉਹ ਤੁਹਾਡੇ ਸੁਖਵਿੰਦਰ ਜੀ ਆਵਾਜ਼ ਸਹੀ ਆ ਰਹੀ ਹੈ ਸਾਡੇ ਕੋਲ ਤਾਂ। ਅੱਛਾ ਰਾਮ ਪ੍ਰਕਾਸ਼ ਜੀ ਤੁਸੀਂ ਥੋੜਾ ਜਿਹਾ ਤੁਹਾਡੇ ਤੱਕ ਪਹੁੰਚਣੀ ਜ਼ਰੂਰੀ ਹੈ ਨਾ। ਰਿਕਾਰਡਿੰਗ ਜਿਹੜੀ ਹੈਗੀ ਰਾਮ ਪ੍ਰਕਾਸ਼ ਜੀ ਰਿਕਾਰਡਿੰਗ ਮੈਂ ਕਰ ਰਿਹਾ ਇੱਥੇ, ਪਲੀਜ਼। ਠੀਕ ਹੈ ਮੇਰੀ ਗੱਲ ਨੂੰ ਸਮਝਿਆ ਕਰੋ ਜੀ। ਨਿੱਜਰ ਸਾਹਿਬ ਤੁਸੀਂ ਜਦੋਂ ਇਹ ਬੋਲਦੇ ਹੁੰਦੇ ਆਪਣਾ ਬੰਦ ਕਰ ਦਿਆ ਕਰੋ, ਮੇਬੀ ਦੈਟ ਮਾਈਟ ਹੈਲਪ। ਹਾਂਜੀ 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 ਏਦਾਂ ਕਰ ਲਓ। ਦੇਖੋ ਇੱਕੋ ਹੀ ਚੀਜ਼ ਤੇ ਆਪਾਂ ਹੁਣ ਜਿਹੜੀ ਅਖੀਰਲੀ ਗੇਮ ਫਸਦੀ ਹੈ ਨਾ, ਉਹ ਇਹ ਫਸਦੀ ਹੈ ਜਦੋਂ ਅਸੀਂ ਦੋ ਸਮਝ ਬੈਠਦੇ ਹਾਂ ਕਿਤੇ ਵੀ ਮੈਂ ਭਗਤੀ ਕਰ ਰਿਹਾ, ਮੈਂ ਇਸ ਮਾਰਗ ਤੇ ਚੱਲ ਰਿਹਾ, ਮੈਂ ਪਾਠ ਕਰ ਰਿਹਾ, ਮੈਂ ਹੁਣ ਆਹ ਕਰ ਰਿਹਾ, ਮੈਂ ਹੁਣ ਉਹ ਕਰ ਰਿਹਾ। ਜਿੱਥੇ ਮੈਂ ਆ ਜਾਂਦੀ ਹੈ ਨਾ ਉੱਥੇ ਤੂੰ ਨਹੀਂ ਆ ਸਕਦਾ, ਕਿਉਂਕਿ ਇੱਕੋ ਆਪ ਹੈ, ਦੂਜੀ ਉਹਦੀ ਹੀ ਸ਼ਕਤੀ ਦੇ ਨਾਲ ਬਣਿਆ ਹੋਇਆ ਸਾਰਾ ਪਸਾਰਾ, ਇਨਕਲੂਡਿੰਗ ਮਾਈ ਬੋਡੀ ਜੋ ਵੀ ਹੈ। ਤੇ ਉਹ ਸਾਰੇ ਪੂਰੇ ਦੇ ਪੂਰੇ ਜਗਤ ਦੇ ਵਿੱਚ ਕਹਿੰਦੇ ਦੇ ਚਿੱਤ ਦੇ ਵਿੱਚ ਹਰ ਇੱਕ ਦੇ ਵਿੱਚ ਉਹ ਜਿਹੜੀ ਉਹਦੀ ਬਣਾਈ ਹੋਈ ਸ਼ਕਤੀ ਨਾਲ ਬਣਾਈ ਹੋਈ ਮਾਇਆ ਹੈ ਨਾ, ਕਹਿੰਦੇ ਉਹ ਵੱਸ ਗਈ ਹੈ ਬੜੀ ਬੁਰੀ ਤਰ੍ਹਾਂ। ਕਿਉਂ? ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋ ਵਸਿਆ। ਹੁਣ ਜੇ ਹੁਣ ਕੱਪੜਾ ਮੈਲਾ ਹੋ ਜੇ ਉਹਨੂੰ ਤਾਂ ਸਾਬਣ ਨਾਲ ਧੋ ਲਈਏ, ਇਹ ਹੁਣ ਮਨ ਮੈਲ ਹੈ, ਇਹਨੂੰ ਕਾਹਦੇ ਨਾਲ ਧੋਈਏ? ਇਹ ਉਨੀ ਦੇਰ ਨਹੀਂ ਇਹਨੇ ਕਲੀਨ ਹੋਣਾ, ਉਨੀ ਦੇਰ ਨਹੀਂ ਇਹਨੇ, ਕਿਉਂਕਿ ਇਹਦੇ ਕੋਲ ਕੀ ਹੈ ਵਿਚਾਰ, ਉਨੀ ਦੇਰ ਨਹੀਂ ਇਹ ਡਿਲੀਟ ਹੋਣੇ ਜਦ ਇਹਦਾ ਐਂਟੀ ਵਾਇਰਸ ਨਹੀਂ ਆਏਗਾ। ਉਹ ਕੀ ਹੈ ਕਿ ਨਿਰਵਿਚਾਰ ਕਰਦੀ ਹੈ, ਇਹਦੀ ਸ਼ਕਤੀ ਖੋਹ ਲਈਏ। ਸ਼ਕਤੀ ਕਿੱਥੋਂ ਜਾਂਦੀ ਹੈ? ਸਾਡੀ ਸੁਰਤੀ ਤੋਂ ਜਾਂਦੀ ਹੈ। ਇਹਨੂੰ ਸੁਰਤੀ ਨੂੰ ਕਿੱਧਰ ਨੂੰ ਜਾਣ ਨਾ ਦਈਏ, ਇਹ ਜਿਹੜਾ ਦੂਜੇ ਪਾਸੇ, ਕਿਉਂਕਿ ਇਹਦੇ ਕੋਲੇ ਬੜੇ ਤਗੜੇ ਟੂਲ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਿਹਦੇ ਚ ਸਵਾਦ ਨੇ ਪਰ ਤ੍ਰਿਪਤੀ ਹੈ ਨਹੀਂ, ਤੇ ਬੰਦਾ ਉਹ ਚ ਫਸ ਜਾਂਦਾ ਤੇ ਉਹਦੇ ਨਾਲ ਫਿਰ ਦੁਖੀ ਹੋਈ ਜਾ ਰਿਹਾ ਉਹ। ਪਰ ਇੱਕ ਜਿਵੇਂ ਸਿੱਕਾ ਹੁੰਦਾ ਨਾ ਜੀ, ਇਹ ਦੋ ਮਤਲਬ ਉਹ ਲੱਗਦਾ ਉਹਨੂੰ ਸੁੱਖ ਹੈ, ਪਰ ਉਹਦਾ ਇੱਕ ਹੈਡ ਹੈ, ਇੱਕ ਟੇਲ ਹੈ, ਉਹਦੇ ਥੱਲੇ ਸੁੱਖ ਦੇ ਥੱਲੇ ਦੁੱਖ ਛੁਪਿਆ ਹੋਇਆ, ਦਿਸਦਾ ਨਹੀਂ, ਪਰ ਉਹ ਆ ਜਾਂਦਾ ਉੱਗੜ ਕੇ ਇੱਕਦਮ ਉੱਪਰ। ਸੋ ਇਹ ਕਹਿੰਦੇ ਵੀ ਜਿੰਨੀ ਦੇਰ ਸਾਰਿਆਂ ਦੇ ਅੰਦਰ ਦੇਖੋ, ਜਿੰਨੀ ਦੇਰ ਦੂਜਾ ਕੋਈ ਵੀ ਹੈ ਨਾ, ਕਹਿੰਦੇ ਦੂਜਾ ਕੋਈ ਹੈ ਹੀ ਨਹੀਂ ਹੈ ਜਿਹਦੇ ਮਨ ਚੋਂ ਇਹ ਪਹਿਲਾਂ ਵਰਕਾ ਪਾੜਦੀ ਹੈ। ਦੇਖੋ ਮਨ ਤਾਂ ਸਾਰੇ ਲੈਂਦੇ ਆਪਾਂ, ਪਰ ਉਹਨੂੰ ਇਲੂਜ਼ਨ ਨੂੰ, ਭਰਮ ਨੂੰ ਲੱਭਣ ਵਾਸਤੇ ਕੁਛ ਨਾ ਕੁਛ ਕਰਨਾ ਪਏਗਾ। ਉਹ ਕਹਿੰਦੇ ਦੇਖੋ ਗੁਰੂ ਸਾਹਿਬ ਨੇ ਸਾਨੂੰ ਆਪਣੇ ਐਕਸਪੀਰੀਅੰਸ ਤੋਂ ਦੱਸ ਰਹੇ ਨੇ ਕਿ ਵੀ ਦੇਖੋ ਦੂਜਾ ਕੋਈ ਹੈ ਹੀ ਨਹੀਂ, ਸਿਰਫ ਤੂੰ ਇੱਕੋ ਹੀ ਕੰਮ ਗਲਤੀ ਨਾਲ ਤੈਨੂੰ ਭਰਮ ਹੈ, ਇਲੂਜ਼ਨ ਹੈ, ਤੂੰ ਰੱਸੀ ਹੈ ਨਾ ਜਿਹੜੀ, ਉਹਨੂੰ ਤੂੰ ਸੱਪ ਸਮਝੀ ਬੈਠਾ ਹੈ। ਇਸ ਭਰਮ ਕਰਕੇ ਅਸੀਂ ਪ੍ਰਮਾਤਮਾ ਤੋਂ ਆਪਣੀ ਵੱਖਰੀ ਹੋਂਦ ਬਣਾ ਕੇ ਬੈਠ ਗਏ ਹਾਂ, ਔਰ ਇਹ ਫਰਜੀ ਜਿਹੜਾ ਝੂਠ ਹੈ ਨਾ, ਇਹਦੇ ਨਾਲ ਅਸੀਂ ਚਿੰਬੜ ਗਏ ਹਾਂ। ਇਹਦੇ ਕਰਕੇ ਅਸੀਂ ਦੇਖੋ ਪ੍ਰਮਾਤਮਾ ਦਾ ਕੋਈ ਲੈਣਾ ਦੇਣਾ ਨਹੀਂ ਹੈ, ਉਹਨੇ ਤਾਂ ਇੱਕ ਗੇਮ ਬਣਾ ਕੇ ਸਾਨੂੰ ਭੇਜਦਾ ਹੈ, ਉਹਦਾ ਕੋਈ ਲੈਣਾ ਦੇਣਾ ਨਹੀਂ। ਤੂੰ ਅਗਲੇ ਜਨਮ ਲੈਣੇ ਹੈ ਨਹੀਂ ਲੈਣੇ, ਉਹ ਕਹਿੰਦਾ ਤੇਰੇ ਵੱਸ ਹੈ। ਤੇ ਕਾਰਨ ਅਸੀਂ ਆਪ ਮੌਜੂਦ ਆਪਣਾ ਪੱਕਾ ਕਰ ਲੈਂਦੇ ਹਾਂ। ਆਪਣਾ ਕਿੱਥੇ? ਸਾਡੇ ਚਿੱਤ ਦੇ ਵਿੱਚ, ਮਨ ਦੇ ਵਿੱਚ, ਵਿਚਾਰਾਂ ਦੇ ਵਿੱਚ, ਜਿਹਨੂੰ ਅਸੀਂ ਸਾਈਡ ਕਰਨਾ ਸੀ ਉਹਦੇ ਨਾਲ ਫਿਰ ਜੁੜ ਜਾਂਦੇ ਹਾਂ, ਤੇ ਉਹਦੇ ਨਾਲ ਕਾਰਨ ਮੌਜੂਦ ਹੋ ਜਾਂਦਾ, ਤੇ ਕਾਰਨ ਮੌਜੂਦ ਹੋਣ ਨਾਲ ਅਸੀਂ ਆਪਣਾ ਅਗਲੇ ਜਨਮਾਂ ਦਾ ਗੇੜਾ ਪੱਕਾ ਕਰ ਲਿਆ। ਤੁਹਾਡੀ ਆਵਾਜ਼ ਰੁਕ ਕੇ ਆ ਰਹੀ ਹੈ ਜੀ। ਅੱਛਾ ਜੀ, ਚਲੋ ਨਹੀਂ ਕੋਈ ਨਹੀਂ, ਮੈਂ ਦੇਖਦਾ ਜੀ ਕੁਛ ਨਹੀਂ। ਤੇ ਫਿਰ ਕਹਿੰਦੇ ਦੇਖੋ ਇੱਕੋ ਹੀ ਕੰਮ ਕਰੋ, ਖੋਜ ਕਰਨੀ ਪਊਗੀ। ਖੋਜ ਕਰਨ ਲਈ ਸਿੱਖ ਲੈਣੀ ਪਏਗੀ, ਗੁਰੂ ਦੀ ਸਿੱਖ ਲੈ ਕੇ ਸੰਗਤ ਕਰਕੇ ਜੋ ਗੱਲ ਕਹਿ ਰਹੇ ਨੇ ਉਹਨੂੰ ਖੋਜ ਕਰਨ ਲਈ ਉਤਰਨਾ ਪਏਗਾ ਅੰਦਰ, ਮਨ ਦੇ ਅੰਦਰ ਖੋਜ ਕਰਨੀ ਪਏਗੀ। ਇਸ ਤਰੀਕੇ ਦੇ ਨਾਲ ਕਹਿੰਦੇ ਅਸੀਂ ਵਿਚਾਰ ਈਜ਼ੀਲੀ ਛੱਡ ਸਕਾਂਗੇ ਤੇ ਉਹ ਇੱਕ ਪ੍ਰਗਟ ਹੋ ਜਾਏਗਾ ਜਿਹੜਾ ਸਾਡੇ ਅੰਦਰ ਹੀ ਹੈ। ਜੀ ਵੀ ਸਾਨੂੰ ਤਾਂ ਬਹੁਤ ਠੀਕ ਸੁਣ ਰਿਹਾ ਵਾਹਿਗੁਰੂ। ਠੀਕ ਹੈ ਜੀ, ਤੁਹਾਡਾ ਮਾਈਕ, ਤੁਹਾਡਾ ਪੰਜੇ ਦਾ ਨਿਸ਼ਾਨ ਬੰਦ ਕਰ ਦਿਓ।
ਅਗਲੀ ਅਸ਼ਟਪਦੀ ਸੁਰਿੰਦਰ ਜੀ ਤੁਹਾਡਾ ਮਾਈਕ ਪੰਜੇ ਦਾ ਨਿਸ਼ਾਨ ਬੰਦ ਕਰ ਦੇਣਾ। ਹਾਂਜੀ, ਗੌੜੀ ਮਹੱਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ। ਹੁਣ ਦੇਖੋ, ਇਹ ਝੂਠ ਤੇ ਸੱਚ ਦੋ ਹੈ। ਇੱਕ ਮਾਇਆ ਹੈਗੀ ਡੁਆਲਿਟੀ, ਤੇ ਇੱਕ ਪਰਮਾਤਮਾ ਹੈਗਾ। ਕਹਿੰਦੇ ਜੇ ਹੁਣ ਸੱਚਾ ਹੋਣਾ ਹੈ ਤੇ ਭਾਈ ਇਹਦੇ ਵਾਸਤੇ ਤੈਨੂੰ ਜਿਹੜਾ ਹੈਗਾ ਇਹ ਪੰਜਾਂ ਤੱਤਾਂ ਦੇ ਵਿੱਚ ਰਹੇਗਾ ਤੇ ਝੂਠਾ ਹੀ ਰਹੇਗਾ। ਫਿਰ ਜੇ ਤੇਰਾ ਡੁਆਲਿਟੀ ਦੇ ਵਿੱਚ ਹੈਗਾ, ਤੂੰ ਪੰਜਾਂ ਤੱਤਾਂ ਦੀ ਰਚਨਾ ਦੇ ਨਾਲ ਹੈਗਾ ਤੇ ਇਹ ਕਰਮ ਕਰ ਰਿਹਾ ਹੈ, ਤੇ ਫਿਰ ਤਾਂ ਤੂੰ ਫਸਿਆ ਫਸਾਇਆ ਹੈਗਾ। ਅਧਿਆਤਮ ਕਰਮ ਕਰੇ ਤਾਂ ਸਾਚਾ। ਅਧਿਆਤਮ ਮਤਲਬ ਅਧਿਆਤਮਿਕ, ਆਤਮਿਕ, ਆਤਮਾ ਵਾਲੇ। ਆਤਮਾ ਤਾਂ ਦਿਸਦੀ ਨਹੀਂ, ਉਹਦਾ ਕੋਈ ਰੂਪ ਰੇਖ ਰੰਗ ਨਹੀਂ ਆ। ਉਹਦਾ ਕਰਮ ਬਸ ਉਸ ਪਾਸੇ ਨੂੰ ਤਾਂ ਸੱਚਾ ਹੋ ਜਾਏਗਾ, ਨਹੀਂ ਤਾਂ ਫਿਰ ਤੂੰ ਝੂਠਾ ਹੋ ਜਾਏਗਾ, ਜਨਮ ਹਾਰ ਜਾਏਗਾ। ਫਿਰ ਡੁਆਲਿਟੀ ਦੇ ਵਿੱਚ ਹੈ ਤੂੰ। ਜੇ ਫਿਜ਼ੀਕਲ ਕਰ ਰਿਹਾ ਤੇ ਡੁਆਲਿਟੀ ਦੇ ਵਿੱਚ ਹੈ। ਜੇ ਤੂੰ ਅਧਿਆਤਮਕ ਕਰ ਰਿਹਾ ਤੇ ਫਿਰ ਤੂੰ ਜਿਹੜਾ ਹੈਗਾ ਫਿਰ ਸੱਚਾ ਹੈ। ਦੋ ਹੀ ਪੈਰ ਆ, ਇੱਕ ਸੱਚ, ਇੱਕ ਝੂਠ ਵੱਲ ਨੂੰ ਜਾਂਦਾ ਹੈ। ਝੂਠ ਜਿਹੜਾ ਆਕਾਰ ਆ, ਸੰਸਾਰ ਆ, ਇਹ ਸ਼ਕਤੀ ਦੇ ਨਾਲ ਬਣਾਇਆ ਹੋਇਆ ਹੈ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਛਾ। ਤੇ ਜੇ ਤੂੰ ਕੱਚ ਦੇ ਨਾਲ ਆ, ਫਿਜ਼ੀਕਲ ਆ, ਤੇ ਫਿਰ ਭਾਈ ਤੇ ਫਿਰ ਮੁਕਤੀ ਤੈਨੂੰ ਕੀ ਮੁਕਤੀ, ਔਰ ਫਿਰ ਮੁਕਤੀ ਕਿਵੇਂ ਹੋਣੀ ਆ, ਔਰ ਇਹ ਸਾਰਾ ਕਿਵੇਂ ਫਸੇ ਹੋਏ ਆ, ਇਹ ਸਾਰਾ ਜਿਹੜਾ ਹੈਗਾ ਚੀਜ਼ਾਂ ਤੂੰ ਨਹੀਂ ਸਮਝ ਸਕੇਗਾ। ਤੂੰ ਕੱਚਾ ਹੈ, ਕੱਚ ਦੇ ਨਾਲ ਥੋੜ੍ਹੀ ਨਾ ਸਮਝ ਸਕੇਗਾ। ਇਹ ਤਾਂ ਦੇਖੋ ਸਾਧ ਸੰਗਤ ਜੀ, ਆਪਾਂ ਜਿਹੜੇ ਹੈਗੇ ਅਧਿਆਤਮ ਕਰਮ ਕੀ ਹੈਗਾ ਬਈ ਇਹ ਪੰਜਾਂ ਤੱਤਾਂ ਦੀ ਰਚਨਾ, ਇਹਦੇ ਵਿਚਾਰਾਂ ਤੋਂ ਆਪਾਂ ਨਿਰਲੇਪ ਹੋ ਜਾਈਏ ਤਾਂ ਆਪਾਂ ਅਧਿਆਤਮ ਜਿਹੜੇ ਹੈਗੇ ਉਹ ਤਾਂ ਰੂਪ ਰੇਖ ਰੰਗ ਹੈ ਨਹੀਂ ਗਾ। ਉਹਦਾ ਕੀ ਵਿਚਾਰ ਕਰ ਸਕਦੇ ਹਾਂ ਆਪਾਂ। ਤੇ ਜੇ ਵਿਚਾਰ ਹੈਗੇ ਤੇ ਸੰਸਾਰ ਹੈਗਾ ਬਸ। ਤੇ ਫਿਰ ਆਪਾਂ ਮੁਕਤੀ ਔਰ ਇਹਦਾ ਮੁਕਤੀ ਕਿਵੇਂ ਮਿਲਣੀ ਹੈ, ਮੁਕਤੀ ਇਹ ਜੁਗਤੀ, ਇਹ ਕੁਛ ਨਹੀਂ ਜਾਣ ਸਕਦੇ। ਫਿਰ ਆਤਮਾ ਦੇ ਬਾਰੇ, ਪਰਮਾਤਮਾ ਦੇ ਬਾਰੇ ਕੱਖ ਨਹੀਂ ਪਤਾ ਲੱਗੇਗਾ। ਕਿਆ ਜਾਣੇ ਕਾਚਾ। ਨਹੀਂ, ਕੱਚ ਵੱਲ ਜਾ ਰਿਹਾ ਤੇ ਉਹ ਕੱਚ ਤੋਂ ਥੋੜ੍ਹਾ ਰੱਬ ਉਹਨੇ ਤਾਂ ਉੱਥੇ ਪ੍ਰਗਟ ਹੋਣ ਦਾ, ਜੇ ਹੁੰਦਾ ਉੱਥੇ ਕੱਚ ਦੇ ਵਿੱਚ ਪ੍ਰਗਟ ਹੋਣ ਵਾਲਾ ਬਣਾ ਦਿੰਦਾ ਸਿਸਟਮ, ਤੇ ਫਿਰ ਉੱਥੋਂ ਵੀ ਪ੍ਰਗਟ ਹੋ ਜਾਣਾ ਸੀ। ਪਰ ਉਹ ਤਾਂ ਕਹਿੰਦਾ ਹੈ, ਉਹ ਤਾਂ ਅੰਦਰ ਬੈਠਾ ਹੈ। ਕਹਿੰਦੇ ਭਾਈ ਇਹਨੂੰ ਆਕਾਰ ਨੂੰ ਛੱਡੇਗਾ ਤੇ ਤਾਂ ਤੂੰ ਮੇਰੇ ਕੋਲ ਆ ਸਕਦਾ ਹੈ। ਅਧਿਆਤਮ ਕਰਮ ਕਰੇ ਤਾਂ ਸੱਚ। ਆਕਾਰ ਨੂੰ ਛੱਡਣਾ ਕੀ ਹੈ? ਆਪਣੇ ਵਿਚਾਰਾਂ ਦੇ ਵਿੱਚ, ਆਪਣੀ ਸੁਰਤ ਦੇ ਵਿੱਚ, ਮਨ ਦੇ ਵਿੱਚ, ਮਨ ਨੂੰ ਦੌੜਨਾ ਹਟਾ ਲਾ ਉਸ ਪਾਸਿਓਂ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਛਾ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਔਰ ਧਾਰੈ। ਦੇਖ ਲਓ ਆਗੇ ਵਾਪਸ ਉਸੇ ਜਗ੍ਹਾ ਤੇ ਜੋ ਪਿਛਲਾ ਸ਼ਬਦ ਕਹਿ ਰਿਹਾ ਸੀ ਭਾਈ, ਦੂਜੀ ਮਾਇਆ ਜਗਤ ਚਿਤਵਾਸ। ਇਹ ਪੰਚ ਮਾਰ ਲਿਖਿਆ ਹੋਇਆ ਹੈ। ਉਹ ਦੂਜੀ ਮਾਇਆ ਜਗਤ ਚਿਤਵਾਸ ਸੀਗਾ, ਔਰ ਨਾਲ ਜਿਹੜਾ ਹੈ ਕਾਮ ਕ੍ਰੋਧ ਅਹੰਕਾਰ ਵਿਨਾਸ਼। ਸੈਕੰਡ ਲਾਈਨ ਦੇ ਵਿੱਚ ਜਿਹੜਾ ਪੰਚ ਮਾਰ, ਇੱਥੇ ਪੰਜ ਕਹਿਤਾ, ਉੱਥੇ ਪੋਇਟਰੀ ਸੀ ਨਹੀਂ ਲਿਖੇ ਪਾਏ, ਇੱਥੇ ਤਾਂ ਦੱਸਤਾ ਅਗਲੀ ਵਾਰੀ ਅਗਲੇ ਉਹਦੇ 'ਚ। ਪੰਚ ਮਾਰ ਸਾਚ ਔਰ ਧਾਰਾ। ਸੱਚ ਨੂੰ ਤਾਂ ਉਰ ਦੇ ਵਿੱਚ ਜਾਏਗਾ ਭਾਈ। ਜੇ ਪੰਜਾਂ ਦੇ ਚੱਲ ਰਹੇ ਆਪਣੇ ਅੰਦਰ, ਜੇ ਪੰਜਾਂ ਦੇ ਵਿਚਾਰ ਚੱਲ ਰਹੇ, ਵਿਚਾਰ ਹੀ ਤਾਂ ਹੈਗੇ ਨੇ। ਇਹਨਾਂ ਨੇ ਵਿਚਾਰਾਂ ਦੇ ਨਾਲ ਫੜਿਆ ਹੈ ਆਪਾਂ ਨੂੰ। ਭੋਗਾਂ ਦੇ ਨਾਲ, ਵਿਚਾਰਾਂ ਦੇ ਨਾਲ ਭੋਗ ਸ਼ੁਰੂ ਹੁੰਦੇ, ਭੋਗਾਂ ਦੇ ਨਾਲ ਸੰਸਕਾਰ ਬਣ ਜਾਂਦੇ। ਸੰਸਕਾਰ ਫਿਰ ਜਿਹੜੇ ਹੈਗੇ ਫਿਰ ਆਪਾਂ ਉਹਦੇ ਕੰਟਰੋਲ 'ਚ ਆ ਜਾਂਦੇ, ਚੰਗੁਲ 'ਚ ਆ ਜਾਂਦੇ ਉਹਦੇ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਔਰ ਧਾਰੈ ਰਹਾਓ। ਉਰ ਦੇ ਵਿੱਚ ਆਉਣਾ ਚਾਹੀਦਾ ਸੱਚ। ਉਰ ਦੇ ਵਿੱਚ ਆ ਗਿਆ ਬਈ ਮੈਂ ਜਿਹੜਾ ਹੈਗਾ ਅਧਿਆਤਮਿਕ ਸਪਿਰਚੁਅਲ ਜਰਨੀ ਕਰਨੀ ਹੈ, ਸੱਚ ਵਾਲੀ ਜਰਨੀ ਕਰਨੀ ਹੈ। ਇਹ ਉਰ ਦੇ ਵਿੱਚ ਆਉਣਾ ਚਾਹੀਦਾ। ਤਾਂ ਹੀ ਆਪਾਂ, ਕਿਉਂਕਿ ਮਾਲਕ ਨੇ ਤਾਂ ਆਪਣੇ ਕੋਲ ਗੇਮ ਤਾਂ ਆਪਣੇ ਪਾਲੇ ਦੇ ਵਿੱਚ ਹੈ ਨਾ। ਕੋਸ਼ਿਸ਼ ਆਪਾਂ ਹੀ ਹੈਗੇ ਜਿਹੜੇ ਪਾਸੇ ਮਰਜ਼ੀ ਜਾ ਸਕਦੇ ਹਾਂ। ਦੋਨੋਂ, ਇੱਕ ਝੂਠ ਦਾ ਇੱਕ ਸੱਚ ਦਾ।
ਬਸ ਇੱਕ ਮਾਇਆ ਦਾ ਪਾਸਾ ਹੈਗਾ, ਇੱਕ ਜਿਹੜਾ ਹੈਗਾ ਮਾਇਆ ਦੇ ਓਨਰ ਦਾ ਹੈਗਾ। ਐਸਾ ਜੋਗੀ युक्त विचार है पंच मार साच और धारै रहाओ जिसके अंतर साच वसावा है। हाँ देखो वसना है अंदर, और मालक ने मेहर करनी है। ज्ञान देखो, ज्ञान दिता, गुरु ਨੂੰ ਮਿਲਾ ਦਿੱਤਾ, ਇਹਨੇ ਗੁਰੂ ਨੇ ਕੀ ਕਰਨਾ, ਕਾਉਂਸਲਿੰਗ ਕਰਕੇ ਸੱਚ ਨੂੰ ਅੰਦਰ ਵਸਾ ਦੇਣਾ ਹੈ। ਹਾਲੇ ਵਸਾਉਣਾ ਆ, ਫਿਰ ਉਸ ਤੋਂ ਬਾਅਦ ਯਾਤਰਾ ਸ਼ੁਰੂ ਹੋਣੀ ਹੈ। ਹਾਲੇ ਤੱਕ ਜਿਹੜੀ ਹੈਗੀ ਆਪਾਂ ਨੇ ਕਿਹੜੇ ਪਾਸੇ ਨੂੰ ਜਾਣਾ ਹੈ, ਉਹ ਡਿਸੀਜਨ ਆਪਾਂ ਨੇ ਕਰਨਾ ਹੈ। जिसके अंतर साच वसावा है जोग जुगत की कीमत पावा है। किमें ਜਿਹੜਾ ਹੈਗਾ ਫਿਰ ਜਿਹੜੀ ਯਾਤਰਾ ਕਰਨੀ ਹੈ, ਕਿਵੇਂ ਜੋੜ ਕਰਨਾ ਹੈ, ਕਿਵੇਂ ਜਿਹੜਾ ਹੈਗਾ ਇਹ ਗੇਮ ਜਿੱਤਣੀ ਹੈ, ਇਹਦੀ ਯੁਕਤੀ ਪਤਾ ਲੱਗ ਜਾਂਦੀ ਹੈ ਔਰ ਕੀਮਤ ਵੀ ਪਤਾ ਲੱਗ ਜਾਂਦੀ ਹੈ। ਭਾਈ ਮੈਂ ਤਾਂ ਬੇਵਕੂਫ ਸੀਗਾ ਵੀ ਮੈਂ ਤਾਂ ਬਹੁਤ ਫੋਕੇ ਦੇ ਉੱਤੇ ਜਾ ਰਿਹਾ ਸੀਗਾ। ਰੱਬ ਸਸ ਏਕੋ ਗ੍ਰਹਿ ਉਦਿਆਨ ਹੈ। ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਭਾਈ ਬਈ ਰੱਬ ਸੱਸ ਇੱਥੇ ਲਿਖਿਆ ਹੋਇਆ। ਰੱਬ ਕੀ ਹੁੰਦਾ? ਰੱਬ ਸੂਰਜ ਨੂੰ ਕਹਿੰਦੇ ਆ। ਸੂਰਜ ਦੇ ਵਿੱਚ ਕੀ ਹੈ? ਪ੍ਰਕਾਸ਼ ਹੈਗਾ। ਹਨੇਰੇ ਨੂੰ ਦੂਰ ਹੋ ਜਾਂਦਾ, ਹਨੇਰਾ ਦੂਰ ਹੋ ਜਾਂਦਾ ਸੂਰਜ ਦੇ ਨਾਲ। ਇਹ ਮਾਇਆ ਜਿਹੜੀ ਹੈਗੀ ਇਹ ਹਨੇਰਾ ਹੈਗਾ। ਇਹ ਮਾਇਆ ਕੱਟ ਜਾਂਦੀ ਹੈ, ਪ੍ਰਕਾਸ਼ ਆ ਜਾਂਦਾ ਹੈ, ਸੱਚ ਆ ਜਾਂਦਾ ਹੈ, ਸੱਚ ਦਾ ਉਜਾਲਾ। ਸੱਸ ਕੀ ਹੈ? ਸੱਸ ਹੈਗਾ ਚੰਦਰਮਾ, ਉਹ ਹੈਗਾ ਸ਼ਾਂਤੀ ਦਾ ਪ੍ਰਤੀਕ। ਸ਼ਾਂਤੀ ਆ ਜਾਂਦੀ ਉਸ ਇੱਕੋ ਘਰ ਦੇ ਵਿੱਚ। ਜਦ ਆਪਾਂ ਇਹ ਜੋਗ ਜੁਗਤ ਦੀ ਕੀਮਤ ਜਾਣ ਲੈਨੇ ਅਤੇ ਧਿਆਨ ਸਿਮਰਨ ਕਰਦੇ ਹਾਂ ਅਤੇ ਇਹ ਆਹ ਚੀਜ਼ ਲਾਜ਼ਮੀ ਹੈ। ਪਹਿਲੇ ਦਿਨ ਤੋਂ ਜਿਹੜਾ ਹੈਗਾ ਥੋੜ੍ਹਾ ਜਿਹੜਾ ਹੈ ਪ੍ਰਕਾਸ਼ ਔਰ ਸ਼ਾਂਤੀ ਆਉਣੀ ਲਾਜ਼ਮੀ ਹੈਗੀ। ਜਦ ਆਪਾਂ ਘਰ ਦੇ ਵਿੱਚ ਆਪਣੇ ਅਸਲ ਘਰ 'ਤੇ ਜਦ ਵਿਚਾਰ ਸ਼ੂਨਯ ਹੁੰਦੇ, ਤਿੰਨ ਗੁਣੀ ਮਾਇਆ ਤੋਂ ਉੱਪਰ ਹੁੰਦੇ, ਇਸੇ ਉਦਿਆਨ ਦੇ ਵਿੱਚ। ਜੇ ਆਪਾਂ ਉਦਿਆਨ ਦੇ ਵਿੱਚ ਜਾਂ ਮਾਇਆ ਦੇ ਵਿੱਚ ਤੇ ਫਿਰ ਤਾਂ ਭਟਕਦੇ ਰਵਾਂਗੇ। ਰੱਬ ਸਸ ਏਕੋ ਗ੍ਰਹਿ ਉਦਿਆਨ ਹੈ ਕਰਨੀ ਕੀਰਤ ਕਰਮ ਸਮਾਨ ਹੈ। ਕਮਾਲ ਹੋਈ ਪਈ ਹੈ ਜੀ, ਕਮਾਲ ਹੋਈ ਪਈ ਹੈ। ਦੇਖੋ ਕਹਿੰਦੇ ਕਰਨੀ ਹੀ ਕੀਰਤ ਬਣ ਜਾਣੀ ਹੈ ਤੇਰੀ। ਜੋ ਕਰੇਗਾ ਉਹ ਕੀਰਤ ਹੋ ਜਾਓ, ਉਹੀ ਪਰਮਾਤਮਾ ਦੀ ਕੀਰਤੀ ਹੋ ਜਾਏਗੀ। ਕਰਮ ਸਮਾਨ ਹੈ, ਕਰਮ ਸਮਾਨ ਹੋ ਜਾਣਗੇ। ਪਾਪ ਪੁੰਨ ਦੋਏ ਇੱਕ ਸਮਾਨ, ਕਰਨੀ ਕੀਰਤ ਹੋਈ। ਇਹ ਸ਼ਬਦ ਹੈ ਦੋ ਇਸ ਤਰ੍ਹਾਂ ਦੇ। ਸਮਾਂ ਹੈਗਾ, ਆਪਾਂ ਦੋਨੋਂ ਲੈ ਲੈਂਦੇ ਹਾਂ। ਪਹਿਲਾਂ ਆਪਾਂ ਕਰਨੀ ਕੀਰਤ ਵਾਲਾ ਸ਼ਬਦ ਲਈਏ। ਮੈਂ ਦੱਸਦਾ ਕਰਨੀ ਕੀਰਤ ਹੋਈ, ਇਹ ਮੇਰੇ ਖਿਆਲ ਪਹਿਲੀ ਪਾਤਸ਼ਾਹੀ ਦਾ ਸੋਠ ਰਾਗ ਦੇ ਵਿੱਚ 599 599 ਅੰਗ ਦੇ ਉੱਤੇ ਹੈਗਾ। ਸੋਠ ਮਾਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਾਂ ਤਿਸ ਭਾਵਾਂ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ। ਕਹਿੰਦੇ ਮੇਰਾ ਜਿਹੜਾ ਭਗਤੀ ਕਰਨਾ, ਮੇਰਾ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਉਸਤਤ ਕਰਨੀ, ਕਾਹਦੇ ਵਾਸਤੇ ਸਾਰਾ ਕੁਛ ਹੈ? ਅਧਿਆਤਮਿਕ ਯਾਤਰਾ ਮੈਂ ਕਰ ਰਿਹਾ ਹਾਂ। ਕਿਉਂ ਕਰ ਰਿਹਾ? ਕਿਉਂਕਿ ਮੈਂ ਉਹ ਮਾਲਕ ਪਰਮਾਤਮਾ ਨੂੰ ਭਾ ਜਾਵਾਂ ਅਤੇ ਮਾਲਕ ਜਿਹੜਾ ਪੜਦਾ ਚੱਕ ਦੇ। ਆਪਣੇ ਹੱਥ 'ਚ ਥੋੜ੍ਹੀ ਨਾ ਹੈਗਾ ਕਿ ਪੜਦਾ ਆਪਾਂ ਚੱਕ ਦਈਏ, ਦਸਮ ਦੁਆਰ ਖੋਲ ਲਈਏ, ਆਪਾਂ ਖੋਲ ਲਈਏ ਨਾ। ਉਹ ਮਾਲਕ ਨੇ ਕਰਨਾ ਹੈ ਸਾਰਾ ਕੁਛ। ਜਾਂ ਤਿਸ ਭਾਵਾਂ ਤਦ ਹੀ ਗਾਵਾਂ। ਇਸੇ ਵਾਸਤੇ ਭਾਈ ਵੀ ਮੈਂ ਉਹਨੂੰ ਭਾਲਾਂ ਤਾਂ ਮੈਂ ਇਹ ਕੰਮ ਕਰਾਂ ਭਗਤੀ, ਤਾਂ ਗਾਵੇਗਾ ਫਲ ਪਾਵਾਂ। ਫਿਰ ਮੈਨੂੰ ਫਲ ਮਿਲ ਜੂਗਾ। ਮਾਲਕ ਨੂੰ ਪਾ ਗਿਆ ਤੇ ਫਲ ਦੇ ਦੇਣਾ, ਦੇਣ ਫਲ ਤਾਂ ਉਹਦੇ ਕੋਲ ਹੈ। ਗਾਵੇਗਾ ਫਲ ਹੋਈ ਜਾਂ ਆਪੇ ਦੇਵੈ ਸੋਈ। ਓਹੋ ਕਹਿੰਦੇ ਆਪ ਦੇਊਗਾ ਤਾਂ ਫਲ ਹੋਊਗਾ ਭਾਈ। ਤਾਂ ਇਹ ਭਗਤੀ ਕੀਤੀ ਜਿਹੜੀ ਹੈ ਮਾਲਕ ਨੂੰ ਪਸੰਦ ਆ ਗਈ ਤੇ ਖੁਸ਼ ਹੋ ਗਿਆ, ਖੁਸ਼ ਹੋ ਕੇ ਬਖਸ਼ਿਸ਼ ਦੇ ਦਿੱਤੀ। ਵਾਹ ਜੀ ਵਾਹ, ਵਾਹ ਜੀ ਵਾਹ। ਮਨ ਮੇਰੇ ਗੁਰ ਬਚਨੀ ਨਿਧ ਪਾਈ। ਮੇਰੇ ਮਨਾ ਇਹ ਖਜ਼ਾਨਾ ਮਿਲਣਾ ਹੈ, ਗੁਰੂ ਦੇ ਬਚਨਾਂ ਤੋਂ ਮਿਲਣਾ ਹੈ। ਬਸ ਗੁਰੂ ਦੇ ਉਪਦੇਸ਼ ਤੋਂ ਮਿਲਣਾ ਹੈ। ਤਾਂ ਤੇ ਸੱਚ ਮੇਂ ਰਹਾ ਸਮਾਈ।
ਬਸ ਕਹਿੰਦੇ ਤਾਂ ਫਿਰ ਸੱਚ ਦੇ ਵਿੱਚ ਸਮਾਈ ਹੋ ਜਾਏਗੀ, ਝੂਠ ਤੋਂ ਨਿਕਲ ਜਾਏਗਾ। ਹੁਣ ਆਪਾਂ ਝੂਠ ਦੇ ਵਿੱਚ ਸਮਾਏ, ਫਿਰ ਸੱਚ ਦੇ ਵਿੱਚ ਸਮਾ ਜਾਵਾਂਗੇ। ਰਹਾਓ ਗੁਰਸਾਖੀ ਅੰਤਰ ਜਾਗੀ, ਗੁਰੂ ਦੀ ਸਾਖੀ, ਗੁਰੂ ਦੀ ਸਿੱਖਿਆ ਅੰਦਰ ਜਾਗ ਗਈ, ਪ੍ਰੈਕਟੀਕਲ ਹੋਣ ਲੱਗ ਪਿਆ। ਜੋ ਗੁਰੂ ਕਹਿ ਰਹੇ ਉਹੀ ਹੋਣ ਲੱਗ ਪਿਆ, ਉਸੇ ਤਰ੍ਹਾਂ ਹੀ ਹੋਣ ਲੱਗ ਪਿਆ। ਦੇਖੋ ਗੁਰੂ ਕਹਿ ਰਹੇ ਕਿ ਅੰਦਰ ਦੀਆਂ ਚੀਜ਼ਾਂ ਹੁਣ ਮਨ ਪਤਾ ਲੱਗਣ ਲੱਗ ਗਿਆ, ਸੁਰਤ ਬੁੱਧੀ ਸਾਰਾ ਕੁਝ, ਚਿੱਤ ਪਤਾ ਲੱਗਣ ਲੱਗ ਗਿਆ, ਹਰ ਚੀਜ਼ ਤਾਂ ਅੰਦਰ ਪਤਾ ਲੱਗਣ ਲੱਗ ਗਈ। ਜਾਗ ਗਈ ਗੁਰੂ ਦੀ ਸਿੱਖਿਆ, ਗੁਰਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਤਾਂ ਇਹ ਮਨ ਜਿਹੜਾ ਹੈਗਾ ਚੱਲ ਕਰ ਰਿਹਾ ਸੀ, ਤਾਂ ਇਹ ਟਿਕ ਗਿਆ, ਤਿਆਗ ਦਿੱਤੀ ਇਹਨੇ। ਇਹਨੂੰ ਸਵਾਦ ਆ ਗਿਆ ਇਸ ਪਾਸੇ, ਇਹ ਹੈਰਾਨ ਹੋ ਗਿਆ। ਗੁਰਸਾਖੀ ਕਾ ਉਜਿਆਰਾ, ਕਹਿੰਦੇ ਸਾਰਾ ਪ੍ਰਕਾਸ਼ ਔਰ ਇਹ ਸ਼ਾਂਤੀ, ਇਹ ਰਵਸਸ ਗੁਰੂ ਦੀ ਸਾਖੀ ਦੇ ਨਾਲ ਤਾਂ ਚੜ੍ਹੇ ਆ ਸਾਰੇ। ਤਾਂ ਮਿਟਿਆ ਸਗਲ ਅੰਧਿਆਰਾ, ਤਾਂ ਕਹਿੰਦੇ ਸਾਰਾ ਅੰਧੇਰਾ ਮਿਟ ਗਿਆ। ਕ੍ਰਿਸਟਲ ਕਲੀਅਰ ਪਤਾ ਲੱਗ ਗਿਆ ਵੀ ਇੱਕ ਆ ਦੋ ਤਾਂ ਹੈ ਹੀ ਨਹੀਂ। ਗੁਰ ਚਰਨੀ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਆਇਆ ਗੁਰੂ ਦੇ ਚਰਨ ਪਾਏ, ਗੁਰੂ ਦੇ ਚਰਨ, ਗੁਰੂ ਦੀ ਪੂਰੀ ਟੀਟੋ ਕਹਿੰਦੇ, ਉਹ ਕਹਿੰਦੇ ਮੰਨ ਲਈ ਗੁਰੂ ਦੀ ਗੱਲ ਉਸ ਤਰੀਕੇ ਦੇ ਨਾਲ। ਗੁਰਚਰਨੀ ਮਨ, ਹਾਂਜੀ ਸੌਰੀ ਮੈਂ ਇੰਟਰਪਟ ਕਰ ਰਿਹਾ। ਜਾਂ ਤੇ ਸੁਭਾਵਾਂ ਤਦੀ ਗਾਵਾਂ, ਇਹਦਾ ਅਰਥ ਹੋਰ ਤਾਂ ਨਹੀਂ ਨਿਕਲਦਾ ਕੋਈ? ਨਹੀਂ ਵੀਰ ਜੀ, ਨਹੀਂ ਇਸ ਨੂੰ ਔਂਕੜਿਆ ਮੈਂ ਕਹਿੰਦਾ ਸੀ ਵੀ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਜੇ ਤੂੰ ਮੈਨੂੰ ਚੰਗਾ ਲੱਗਦਾ ਵੀਰ ਜੀ ਤਾਂ ਹੀ ਮੇਰਾ ਗਾਇਆ ਜਿਹੜਾ ਉਹ ਪ੍ਰਮਾਣ। ਜਾਂ ਤਿਸ ਭਾਵਾਂ, ਉਸ ਨੂੰ ਭਾਵਾਂ, ਤਦ ਹੀ ਗਾਵਾਂ ਦਾ ਮਤਲਬ ਹੈ ਵੀ ਮੈਨੂੰ ਮੇਰਾ ਗਾਵਿਆ ਤਾਂ ਹੀ ਸਫਲ ਹੈਗਾ ਜੇ ਉਹਨੂੰ ਪਾ ਜਾਵਾਂ ਮੈਂ, ਜੇ ਉਸ ਮਾਲਕ ਨੂੰ। ਸੱਸੇ ਨੂੰ ਸਿਆਰੀ ਨਹੀਂ ਚਾਹੀਦੀ ਵੀਰ ਜੀ, ਫਿਰ ਜੇ ਉਹਨੂੰ ਭਾਵਾਂ ਤਾਂ। ਜਾਂ ਤਿਸ ਵੀ ਤਾਂ ਉਸੇ ਵਾਸਤੇ ਤਾਂ ਹੈਗਾ ਵੀਰ ਜੀ। ਤਿਸੇ ਕਿਉਂ, ਆਪਾਂ ਕਿਉਂ ਚਾਹੁੰਦੇ ਹਾਂ ਸਿਆਰੀ? ਤਿਸ ਦਾ ਮਤਲਬ ਹੈ ਪਰਮਾਤਮਾ ਦੀ ਗੱਲ ਹੋ ਰਹੀ ਹੈ, ਪਰਮਾਤਮਾ ਦੇ ਵਾਸਤੇ ਕਹਿ ਰਹੇ ਮਹਾਰਾਜ। ਤਿਸ ਕਿਹਦੇ ਵਾਸਤੇ ਕਹਿ ਰਹੇ? ਪਰਮਾਤਮਾ ਵਾਸਤੇ। ਹਾਂ ਬਸ, ਨਹੀਂ ਅੱਗੇ ਚਲੋ ਆਪਾਂ ਖੁੱਲੇਗਾ ਜੀ ਵੀਰ ਜੀ, ਥੋੜਾ ਅੱਗੇ ਆਪਾਂ ਨੂੰ ਇਹ ਖੁੱਲ ਜਾਏਗਾ ਤੁਹਾਨੂੰ। ਹਾਂਜੀ ਆਪਾਂ ਸੀਗੇ ਗੁਰਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਗੁਰਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ। ਗੁਰ ਚਰਣੀ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਆ ਗੁਰੂ ਦੇ ਚਰਨ ਹੈਗੇ ਭਾਈ, ਜੋ ਗੁਰੂ ਕਹਿ ਰਿਹਾ ਬਸ ਇਹੀ ਗੁਰੂ ਦੇ ਚਰਨ ਹੈਗੇ। ਗੁਰੂ ਦੇ ਚਰਨਾਂ 'ਚ ਮਨ ਲੱਗ ਗਿਆ ਤੇ ਬਸ ਇੱਕ ਦੇ ਵਿੱਚ ਲੈ ਆਉਣਾ ਉਹਨਾਂ ਨੇ, ਮਾਇਆ ਤੋਂ ਹਟਾ ਦੇਣਾ ਹੈ। ਤਾਂ ਜਮ ਕਾ ਮਾਇਆ ਕੀ ਹੈਗੀ, ਸੰਸਾਰ ਕੀ ਹੈਗਾ, ਝੂਠ ਕੀ ਹੈਗਾ, ਇਹ ਜਮ ਦਾ ਮਾਰਗ ਹੈਗਾ। ਦੋ ਹੀ ਤਾਂ ਮਾਰਗ ਹੈਗੇ ਮਹਾਰਾਜ, ਦੋਨਾਂ ਦਾ ਕੰਟਰੋਲਰ ਇੱਕੋ ਹੀ ਹੈਗਾ। ਪਹਿਲੀ ਅਸ਼ਟਪਦੀ 'ਚ ਆਪਾਂ ਨੇ ਇਹੀ ਤਾਂ ਵਿਚਾਰਿਆ ਸੀਗਾ। ਗੁਰ ਚਰਣੀ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਭੈ ਵਿੱਚ ਹੁਣ ਮਾਰਗ ਨੂੰ ਔਂਕੜ ਲਗਾਈ ਹੋਈ ਆ, ਇਹ ਮਾਰਗ ਜਿਹੜਾ ਜਮ ਕਾ ਮਾਰਗ ਕਹਿ ਰਹੇ, ਕਿਹੜੇ ਨਹੀਂ ਤਾਂ ਮਾਰਗ ਤਾਂ ਕਈ ਮਾਰਗ ਆ। ਭੈ ਵਿੱਚ ਨਿਰਭਉ ਪਾਇਆ, ਤਾਂ ਸਹਜੈ ਕਹਿ ਕਰੇ ਆਇਆ। ਕਹਿੰਦੇ ਇਹ ਸਾਰਾ ਕੁਝ ਕਿਸ ਤਰ੍ਹਾਂ ਹੋਇਆ? ਕਹਿੰਦੇ ਮਾਲਕ ਪਰਮਾਤਮਾ ਦਾ ਪੈਰ ਰੱਖਿਆ ਮੈਂ। ਪਹਿਲਾਂ ਸਭ ਤੋਂ ਗੁਰੂ ਦਾ ਪੈਰ ਰੱਖਣਾ ਹੈ, ਗੁਰੂ ਦੀ ਮੱਤ ਦਾ ਪੈਰ ਰੱਖਣਾ ਹੈ, ਗੁਰੂ ਦੀ ਜੋ ਗੁਰੂ ਦੇ ਬੋਲ ਹੈਗੇ ਇਹਨਾਂ ਤੇ ਵਿਸ਼ਵਾਸ, ਇਹਨਾਂ ਦਾ ਪੈ ਆਉਣਾ ਚਾਹੀਦਾ ਵੀ ਸਾਡੇ ਅੰਦਰ, ਵੀ ਜੋ ਗੁਰੂ ਕਹਿ ਰਿਹਾ ਇਹ ਤਾਂ ਫਿਰ ਤਾਂ ਫਸ ਜਾਵਾਂਗੇ ਆਪਾਂ, ਇਹ ਮਾਇਆ ਦੇ ਵਿੱਚ ਫਸਾਏ ਆ। ਇਹ ਆਪਣੇ ਅੰਦਰ ਪੂਰੀ ਆਉਣੀ ਚਾਹੀਦੀ ਹੈ। ਇਹ ਆ ਗੁਰੂ ਦਾ ਪੈ। ਪੈ ਵਿੱਚ ਨਿਰਭਉ ਪਾਇਆ, ਫਿਰ ਨਿਰਭਉ ਪਰਮਾਤਮਾ ਜਿਹੜਾ ਹੈਗਾ ਪ੍ਰਗਟ ਹੋ ਜਾਂਦੀ ਹੈ ਆਤਮਾ। ਪੈ ਦੇ ਵਿੱਚ ਹੀ ਪ੍ਰਗਟ ਹੋਣੀ ਆ, ਨਹੀਂ ਪੈ ਹੋਊਗਾ ਤੇ ਫਿਰ ਕਿਹੜਾ ਇਸ ਪਾਸੇ ਆਉਂਦਾ ਹੈ ਭਾਈ? ਕਿਹੜਾ ਕਹਿੰਦਾ ਪਰਮਾਤਮਾ ਕਿੱਥੇ ਹੈ ਜੀ, ਕਿਹੜਾ ਦਿਸਦਾ ਹੈ? ਪੈ ਵਿੱਚ ਨਿਰਭਉ ਪਾਇਆ, ਤਾਂ ਸਹਿਜੈ ਕਹਿ ਕਰੇ ਆਇਆ। ਤਾਂ ਸਹਿਜ ਦੇ ਵਿੱਚ ਆਉਂਦਾ, ਨਹੀਂ ਤਾਂ ਤ੍ਰਿਗੁਣੀ ਅਸਹਿਜ, ਇਹ ਮਾਇਆ, ਇਹ ਡੁਐਲਿਟੀ ਇਹਦੇ ਵਿੱਚ ਇਹਦੇ ਘਰ 'ਚ ਹੀ ਰਹਿੰਦਾ ਹੈ। ਪੰਡਤ ਨਾਨਕ ਬੂਝੇ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ। ਬਸ ਪੰਡਤ ਬੇਨਤੀ ਕਰ ਰਹੇ ਮਹਾਰਾਜ, ਭੰਡ ਰਹੇ ਆ, ਬੋਲ ਰਹੇ ਆ। ਨਾਨਕ ਅੱਕੇ ਨੂੰ ਔਂਕੜ ਲਗਾ ਕੇ ਪਹਿਲੀ ਪਾਤਸ਼ਾਹੀ
ਕਹਿੰਦੇ ਕੋਈ ਵਿਚਾਰਵਾਨ ਬੁੱਝ ਸਕਦਾ ਇਸ ਗੱਲ ਨੂੰ, ਬੁਝੇ ਕੋ ਵਿਚਾਰੀ। ਇਸ ਜਗ ਮੈਂ ਕਰਨੀ ਸਾਰੀ, ਇਸ ਜਗ ਦੇ ਵਿੱਚ ਕਰਨੀ ਹੀ ਸਾਰ ਹੈਗੀ, ਕਰਨੀ ਹੀ ਸਾਰ ਆ। ਮੂੰਹ ਦੇ ਨਾਲ ਬੋਲਿਆ ਜੇ ਹੋਰ ਚਿੱਤ ਦੇ ਵਿੱਚ ਸੋਚਿਆ, ਇਹ ਸਾਰੀਆਂ ਚੀਜ਼ਾਂ ਨਹੀਂ ਚੱਲਦੀਆਂ। ਜੋ ਤੁਹਾਡੀ ਐਕਸ਼ਨ ਹੈਗੀ ਆ ਉਹ ਕੀ ਹੈਗੀ ਐਕਸ਼ਨ। ਇਸ ਜਗ ਮੈਂ ਕਰਨੀ ਸਾਰੀ, ਕਰਨੀ ਕੀਰਤ ਹੋਈ। ਕਹਿੰਦੇ ਬਸ ਜਦ ਇੱਕ ਦੇ ਨਾਲ ਜੁੜਦਾ ਹੈ, ਜਦ ਅਧਿਆਤਮਿਕ ਰਸਤੇ ਤੇ ਚੱਲਦਾ ਹੈ ਤੇ ਕਰਨੀ ਕੀਰਤ ਹੋ ਜਾਂਦੀ ਹੈ। ਫਿਰ ਜੋ ਕਰਦਾ ਹੈ ਉਹੀ ਕੀਰਤ ਹੋ ਜਾਂਦੀ ਹੈ। ਜਾਂ ਆਪੇ ਮਿਲਿਆ ਸੋਈ, ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਬਸ ਕਹਿੰਦੇ ਉਹਦੇ ਨਾਲ ਫਿਰ ਕੀ ਹੁੰਦਾ, ਉਸ ਕਰਨੀ ਦੇ ਨਾਲ ਆਪੇ ਮਿਲਦਾ। ਹਾਂਜੀ ਕੀ ਕਹਿ ਰਹੇ ਜੀ? ਕੀਰਤ ਦਾ ਮਤਲਬ ਬਖਸ਼ਿਸ਼ ਨਹੀਂ, ਕੀਰਤ ਦਾ ਮਤਲਬ ਹੈ ਉਸਤਤ। ਉਸਤਤ ਕਰਨੀ ਕੀਰਤ ਹੋਈ, ਉਸ ਪਰਮਾਤਮਾ ਦੀ ਕੀਰਤੀ ਆਪਾਂ ਕਰਨੀ ਹੈ, ਮਾਲਕ ਪਰਮਾਤਮਾ ਦੀ ਕੀਰਤੀ ਕਰਨੀ ਹੈ। ਕੀਰਤਨ ਕਹਿ ਦਿੰਦੇ ਆ ਜਿਹੜੇ ਕਲਯੁਗ में ਕੀਰਤਨ ਪ੍ਰਧਾਨਾ, ਆਹੀ ਆ ਕੀਰਤੀ। ਕੀਰਤੀ ਤੋਂ ਕੀਰਤਨ ਹੋ ਗਿਆ। ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ, ਉਹ ਪਰਮਾਤਮਾ ਫਿਰ ਆਪੇ ਉਹ ਮਾਲਕ ਪਰਮਾਤਮਾ ਆ ਕੇ ਮਿਲਦਾ ਹੈ ਉਸ ਇਸੇ ਦੇ ਨਾਲ। ਜਦ ਇਹ ਕਰਨੀ ਜਿਹੜੀ ਐਕਸ਼ਨ ਜਿਹੜੀ ਹੈਗੀ ਇਹੀ ਉਸ ਮਾਲਕ ਦੀ ਬੰਦਗੀ ਹੋ ਜਾਂਦੀ ਹੈ। ਬੰਦਗੀ ਕਹਿ ਲਓ। ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਤੇ ਇੱਕ ਹੋਰ ਕਿਹੜਾ ਸੀਗਾ, ਆਪਾਂ ਕੁਛ ਕਹਿ ਰਹੇ ਸੀਗੇ, ਹਾਂ ਪਾ ਉਹ ਸੀਗਾ, ਹਾਂਜੀ हाँ बिल्कुल, एक मन है और एक चित्त जोड़ के करना पैना है। ਆਪਾਂ ਸੀਗੇ करनी कीरत रब सस एको ग्रह उद्यान है, करनी कीरत कर्म समान है। ਹੁਣ ਇਹ ਕਰਮ ਸਮਾਨੇ ਵੀ ਇਹ ਤਾਂ ਕਰਨੀ ਕੀਰਤ ਹੋਈ। ਆਪਾਂ ਇਹ ਕਰਮ ਸਮਾਨੇ ਕੀ ਚੀਜ਼ ਹੈ? ਇਹ ਕਰਮ ਸਮਾਨੇ ਇਹ ਵੀ ਜਿਹੜਾ ਹੈਗਾ ਇਹਨੂੰ ਵੀ ਆਪਾਂ ਲਈਏ। ਇਹ ਇੱਕ ਛੋਟਾ ਜਿਹਾ ਸ਼ਬਦ ਹੈਗਾ ਕਬੀਰ ਜੀ ਦਾ। ਉਹਦੇ ਵਿੱਚ ਕਬੀਰ ਜੀ ਕਹਿੰਦੇ ਪਾਪ ਪੁੰਨ ਦੋਏ ਇੱਕ ਸਮਾਨ। ਅੰਗ 325 पाप पुण्य दो एक समान, इस ते निकल जाएगा। गौड़ी राग दे विच हैगा, इस गौड़ी दे विच ही गौड़ी कबीर जी जोत की जात जात की ज्योति तित लागे कंचुआ फल मोती। आ देखो कहते जोत सारी एक जोत एक आ परमात्मा। सारिया जातां जिहड़ियां हैगियां ਉਹਦੇ ਵਿੱਚ ਉਸੇ ਦੀ ਜੋਤ ਆ। ਸਾਰੀ ਜਾਤ ਦੇ ਵਿੱਚ ਉਸ ਜਾਤਾਂ ਦੇ ਵਿੱਚ ਜੋਤੀ ਉਸੇ ਦੀ ਹੈਗੀ। ਜੋਤ ਦੇ ਵਿੱਚ ਜਾਤਾਂ ਹੈਗੀਆਂ, ਜਾਤਾਂ ਦੇ ਵਿੱਚ ਜੋਤੀ ਹੈਗੀ। ਸਾਰਿਆਂ ਦੇ ਵਿੱਚ ਉਹ ਪਰਮਾਤਮਾ ਹੈਗਾ ਔਰ ਸਾਰੇ ਉਸ ਪਰਮਾਤਮਾ ਦੇ ਵਿੱਚ ਹੈਗੇ। ਉਸ ਪਰਮਾਤਮਾ ਨੂੰ ਇਹ ਸੰਸਾਰ ਜਿੱਥੇ ਆਪਾਂ ਨੂੰ ਭੇਜਿਆ, ਤਿਤ ਲਾਗੇ ਕੰਚੂਆ ਫਲ ਮੋਤੀ। ਦੋ ਫਲ ਲੱਗੇ ਆ, ਇੱਕ ਤਾਂ ਮਾਇਆ ਦਾ ਫਲ ਲੱਗਿਆ, ਇੱਕ ਜਿਹੜਾ ਹੈਗਾ ਮੋਤੀ ਹੈ, ਨਾਮ ਵਾਲਾ ਫਲ ਕਹਿ ਲਓ। ਇੱਕ ਜਿਹੜਾ ਹੈਗਾ ਆਤਮਾ ਦਾ ਫਲ, ਆਤਮਾ ਵਾਲਾ ਫਲ, ਪਰਮਾਤਮਾ ਵਾਲਾ ਫਲ, ਸੱਚ ਦਾ ਫਲ, ਇੱਕ ਝੂਠ ਦਾ ਫਲ, ਇੱਕ ਪ੍ਰਕਿਰਤੀ ਦਾ। ਸੰਸਾਰ ਦੇ ਵਿੱਚ ਹੀ ਆਪਾਂ ਗਤੀ ਕਰੀ ਜਾਵਾਂਗੇ। ਦੋ ਹੈ, ਦੋ ਰਸਤੇ, ਦੋ ਆਪਣੀ ਚੋਇਸ ਹੈ ਵੀ ਕਿਹੜਾ ਫਲ ਖਾਣਾ ਹੈ। ਆਪਾਂ ਨੇ ਮਰਜ਼ੀ ਆਪਣੀ ਹੈਗੀ। जोत की जात जात की ज्योति तित लागे कंचुआ फल मोती। कवन सो कर जो निरभौ कही है, पाओ पज जाए अभय होए रही है राहो। ਕਹਿੰਦੇ ਉਹ ਕਿਹੜਾ ਟਿਕਾਣਾ ਹੈਗਾ ਭਾਈ ਜਿੱਥੇ ਕਹਿੰਦੇ ਨਿਰਭਉ ਹੋ ਜਾਈਏ ਆਪਾਂ। ਮਾਇਆ ਦਾ ਪੈ ਹੀ ਨਾ ਰਹੇ, ਜਨਮ ਮਰਨ ਦਾ ਪੈ ਹੀ ਨਾ ਰਹੇ। ਉਸ ਮਾਲਕ ਪਰਮਾਤਮਾ ਦੇ ਨਾਲ ਇੱਕ ਉਹਦਾ ਸਾਥ ਮਾਣੀਏ ਹਮੇਸ਼ਾ। ਕਵਨ ਸੋ ਕਰ ਜੋ ਨਿਰਭਉ ਕਹੀ ਹੈ,
ਭਾਉ ਭਜ ਜਾਏ ਅਭੈ ਹੋਏ ਰਹੀਏ। ਇਹ ਮਾਇਆ ਦਾ ਡਰ ਖਤਮ ਹੋ ਜਾਏ ਔਰ ਅਭੈ ਹੋ ਕੇ ਜਿਸ ਤਰ੍ਹਾਂ ਮਾਲਕ ਹੈ ਉਸ ਤਰ੍ਹਾਂ ਰਹੀਏ, ਜੋ ਅਸਲੀ ਆਪਣਾ ਰੂਪ ਹੈ। ਰਹਾਓ ਤਟ ਤੀਰਥ ਨਹੀਂ ਮਨ ਪਤੀ ਆਏ, ਚਾਰ ਚਾਰ ਰਹੇ ਔਰ ਜਾਏ। ਕਹਿੰਦੇ ਤਟਾਂ ਤੇ ਤੀਰਥਾਂ ਤੇ ਜਾ ਕੇ ਮਨ ਜਿਹੜਾ ਪਤਿਆਉਂਦਾ ਤਾਂ ਹੈ ਨਹੀਂ ਭਾਈ। ਮਨ ਤਾਂ ਉਸੇ ਕਾਮ ਕ੍ਰੋਧ ਲੋ ਮੋਹ ਕਰਤਾ ਉੱਥੇ ਦੇ ਉੱਥੇ ਖੜੇ ਰਹਿੰਦੇ, ਕੋਈ ਚੇਂਜ ਆਉਂਦਾ ਹੀ ਨਹੀਂ ਹੈ। ਔਰ ਜਿਹੜਾ ਹੈਗਾ ਇਹ ਕਰਮ ਕਾਂਡਾਂ ਦੇ ਵਿੱਚ ਚਾਰ ਦੇ ਵਿੱਚ ਹੀ ਸਮਾਂ ਲੰਘ ਜਾਂਦਾ ਹੈ, ਇਹਦੇ 'ਚ ਹੀ ਉਲਝੇ ਰਹੀ ਜਾਏ ਬਸ। ਤੀਸਰਾ ਬੰਦਾ ਆ ਗਿਆ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣ ਆਨ। पाप पुण्य दोए एक समान। देखो पाप और पुण्य चार आचार का मतलब है कर्म कांड। चार आचार मतलब अपना अपने बई अपने आप ਨੂੰ ਜਿਹੜਾ ਗੁਣ ਲੈ ਲੈ, ਜਿਹੜੇ ਹੈਗੇ ਬਸ ਗੁਣਾਂ ਦੇ ਵਿੱਚ ਹੀ ਰਹੇ, ਪਰ ਉਹ ਆਪਣਾ ਜਿਹੜਾ ਹੈਗਾ ਆਤਮ ਯਾਤਰਾ ਕੀਤੀ ਨਹੀਂ। ਹਾਂ, ਸੰਸਾਰ ਦੇ ਵਿੱਚ ਜਿਹੜੇ ਚੰਗੇ ਭਲ ਮੰਦੇ ਚੰਗੇ ਉਹਦੇ ਵਿੱਚ ਹੀ ਉਲਝ ਕੇ ਰਹਿ ਗਏ ਬਸ, ਤਟਾਂ ਤੀਰਥਾਂ ਤੇ ਜਾ ਕੇ। पाप पुण्य दो एक समान, निज कर पारस तजो गुणियान। ਕਬੀਰ ਜੀ ਕਹਿੰਦੇ ਕਿ ਦੇਖ ਪਾਪ ਔਰ ਪੁੰਨ ਜਿਹੜੇ ਹੈਗੇ ਸੰਸਾਰ ਦੇ ਵਿੱਚ, ਚੰਗੇ ਕਰਮ ਕਰਨੇ ਤੇ ਮੰਦੇ ਕਰਮ ਕਰਨੇ, ਇਹ ਦੋਨੋਂ ਇੱਕੋ ਬਰਾਬਰ ਹੈ, ਕਿਉਂਕਿ ਇਹ ਤੁਹਾਨੂੰ ਯਾਤਰਾ ਦੇ ਵਿੱਚ, ਆਪਾਂ ਨੂੰ ਯਾਤਰਾ ਦੇ ਵਿੱਚ ਹੀ ਰੱਖਦੇ ਆ। ਪਾਪ ਕਰ ਲਿਆ ਤੇ ਉਹਦੀ ਸਜ਼ਾ ਹੈ, ਉਹਦੇ ਵਾਸਤੇ ਜਿਹੜਾ ਹੈਗਾ, ਔਰ ਪੁੰਨ ਕਰ ਲਿਆ ਤੇ ਉਹਦਾ ਜਿਹੜਾ ਹੈਗਾ ਪ੍ਰੋਫਿਟ ਦੇਣਾ ਹੈ ਮਾਲਕ ਨੇ। ਔਰ ਮਾਲਕ ਨੇ ਪਾਪ ਪੁੰਨ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਸਪਿਰਚੁਅਲ ਜਿਹੜਾ ਹੈਗਾ ਦਸਮ ਦੁਆਰ ਥੋੜ੍ਹਾ ਨਾ ਖੋਲ ਦੇਣਾ ਉਹਨੇ, ਆਪਾਂ ਨੂੰ ਬਾਹਰ ਥੋੜ੍ਹਾ ਨਾ ਕੱਢ ਲੈਣਾ ਗੇਮ ਦੇ ਵਿੱਚ। ਇਹ ਪਾਪ ਪੁੰਨ ਸੰਸਾਰ ਦੇ ਵਿੱਚ ਤ੍ਰਿਗੁਣੀ ਮਾਇਆ ਦੇ ਵਿੱਚ ਹੀ ਆ ਪਾਪ ਪੁੰਨ। ਪਾਪ ਪੁੰਨ ਦੋ ਇੱਕ ਸਮਾਨ, ਉਹਦੇ ਵਾਸਤੇ ਦੋਨੋਂ ਚੀਜ਼ਾਂ ਚਾਹੀਦੀਆਂ, ਕਿਉਂਕਿ ਇਹ ਡੁਐਲਿਟੀ ਦੇ ਵਿੱਚ ਹੀ ਦੁਨੀਆ ਚੱਲਣੀ ਹੈ, ਸੰਸਾਰ ਚੱਲਣਾ ਹੈ ਪਾਪ ਪੁੰਨ ਦੇ ਵਿੱਚ। ਨਿਜ ਕਰ ਪਾਰਸ ਤਜੋ ਗੁਣਿਆਨ। ਕਹਿੰਦੇ ਪਾਰਸ ਤੇਰੇ ਨਿਜ ਘਰ ਦੇ ਵਿੱਚ ਹੈਗਾ, ਆਤਮਾ ਦੇ ਵਿੱਚ ਸੱਚ। ਤਜੋ ਗੁਣਿਆਨ ਕਹਿੰਦੇ ਬਾਕੀ ਸਾਰਾ ਕੁਛ ਇਹ ਪਾਪ ਪੁੰਨ ਛੱਡ ਦੋ, ਇਹਨਾਂ ਦੇ ਵਿੱਚ ਮਤ ਸੁਰਤ ਨੂੰ ਘੁਮਾਓ। ਕਬੀਰ ਨਿਰਗੁਣ ਨਾਮ ਨਾ ਰੋਸ। ਦੇਖੋ ਹੁਣ ਆਖਰੀ ਦੇ ਵਿੱਚ ਕਹਿੰਦੇ ਆ, ਭਾਈ ਦੇਖ ਲਾ ਇਹ ਮੇਰੇ ਮਨਾ, ਕਬੀਰ ਨਿਰਗੁਣ ਨਾਮ ਨਾ ਰੋਸ। ਉਹ ਮੇਰੇ ਮਨਾ, ਇਹ ਧਿਆਨ ਸਿਮਰਨ ਭਗਤੀ ਦੇ ਵਿੱਚ ਨਾਮ ਵਾਸਤੇ ਜਿਹੜਾ ਹੈਗਾ ਨਿਰਗੁਣ, ਜਿਹਦਾ ਤ੍ਰਿਗੁਣੀ ਮਾਇਆ ਤੋਂ ਉੱਪਰ ਆ ਨਾਮ, ਚੌਥੇ ਪਦ ਦੇ ਵਿੱਚ ਕਹਿੰਦੇ ਉਹਦੇ ਨਾਲ, ਉਸ ਕੰਮ ਦੇ ਨਾਲ ਗੁੱਸਾ ਨਾ ਕਰ ਯਾਰ, ਉਹ ਕੰਮ ਕਰ, ਉੱਥੇ ਨਾ ਔਖਾ ਹੋ। ਕਬੀਰ ਨਿਰਗੁਣ ਨਾਮ ਨਾ ਰੋਸ। ਨਾ ਰੁੱਸ ਨਾ ਯਾਰ ਮੇਰੇ ਮਨਾ, ਰੁੱਸ ਨਾ ਇਸ ਪਾਸਿਓਂ। ਕਬੀਰ ਨਿਰਗੁਣ ਨਾਮ ਨਾ ਰੋਸ। ਰੋਸ ਦਾ ਮਤਲਬ ਰੁੱਸਣਾ। ਇਸ ਪਰਚਾਏ ਪਰਚ ਰਹੋ ਇਸ, ਬਸ ਇਸੇ ਪਾਸੇ, ਇਸ ਪਰਚਾਏ, ਇਸੇ ਨਾਲ ਪਰਚਿਆ ਰਹਿ, ਇਹਦੇ ਵਿੱਚ ਪਰਚ ਜਾ ਬਸ। ਇਸ ਪਰਚਾਏ, ਇਸੇ ਵਿੱਚ ਨਾਮ ਦੇ ਵਿੱਚ ਪਰਚਿਆ ਰਹਿ, ਇਹਦੇ ਤੋਂ ਰੋਸ ਨਾ ਕਰ ਇਸ ਕੰਮ ਤੋਂ। ਇਹ ਪਾਪ ਪੁੰਨ ਤੋਂ ਉੱਪਰ ਉੱਠ, ਇਹ ਕਰਮਾਂ ਤੋਂ ਉੱਪਰ ਉੱਠ, ਤਾਂ ਫਿਰ ਜਿਹੜਾ ਹੈਗਾ ਕਰਨੀ ਕੀਰਤ ਹੋਈ, ਤਾਂ ਕਰਨੀ ਕੀਰਤ ਹੋ ਜਾਂਦੀ ਹੈ। ਹਾਂ, ਆਪਾਂ ਪੰਜਵੇਂ ਬੰਦ ਦੇ ਵਿੱਚ ਸੀਗੇ ਜੀ। ਆਪਾਂ ਸੀਗੇ, ਇੱਕ ਸੈਕਿੰਡ ਜੀ, ਪੰਜ ਕਰ ਲਏ ਕਿ ਛੇਵੇਂ ਦੇ ਆ ਗਏ? ਨਹੀਂ ਪੰਜਵੇਂ ਬੰਦ ਦੇ ਉੱਤੇ ਸੀਗੇ ਰਾਮ ਪ੍ਰਕਾਸ਼ ਜੀ, ਛੇਵੇਂ ਦੇ ਪੰਜਵੇਂ ਬੰਦ ਦੇ ਉੱਤੇ ਸੀਗੇ ਮੇਰੇ ਖਿਆਲ। ਪੰਜਵੇਂ ਦੇ ਬੰਦ, ਹਾਂਜੀ ਉਹੀ ਮੈਂ ਕਹਿ ਰਿਹਾ ਸੀਗਾ। ਪੈਰ ਰਚ ਰਹੇ ਨਾ ਬਾਹਰ ਜਾਏ, ਕੀਮਤ ਕੌਣ ਕਹੇ ਰਹੇ ਲਿਵ ਲਾਏ। ਆਪਾਂ ਨਹੀਂ, ਉਹ ਸੀ ਕਰਨੀ, ਹਾਂ ਕਰਨੀ ਕੀਰਤ ਕਰਮ ਸਮਾਨ ਚ ਤੀਸਰੇ ਬੰਦ ਤੇ ਸੀਗੇ। ਰਵ ਸਸ ਏਕੋ ਗ੍ਰਹਿ ਉਦਿਆਨ ਹੈ,
ਕਰਨੀ ਕੀਰਤ ਕਰਮ ਸਮਾਨੇ। ਆ ਕਰਮ ਸਮਾਨੇ ਇਹ ਜਿਹੜਾ ਹੈਗਾ ਕਹਿੰਦੇ ਸਮਾਨ ਹੋ ਗਏ ਕਰਮ। ਇਹ ਕਰਮ ਜਿਹੜੇ ਹੈਗੇ ਇਹਨਾਂ ਦਾ ਲੇਖਾ ਨਹੀਂ ਹੈਗਾ। ਹੁਣ ਕਰਨੀ ਕੀਰਤ ਹੋ ਗਈ। ਹੁਣ ਜੋ ਵੀ ਕਰਨੀ ਹੈਗੀ ਆ ਉਹ ਮੇਰੇ ਕਰਮ ਉਹ ਕੀਰਤ ਬਣ ਗਏ। ਕਰਨੀ ਕੀਰਤ ਕਰਮ ਸਮਾਨ ਹੈ। ਇੱਕ ਸ਼ਬਦ ਇੱਕ ਭੀਖਿਆ ਮੰਗੈ। ਗੁਰੂ ਕੋਲੋਂ ਕੀ ਮੰਗ ਰਿਹਾ? ਕਹਿੰਦੇ ਇੱਕ ਸ਼ਬਦ ਚਾਹੀਦਾ ਮੈਨੂੰ, ਬਸ ਇੱਕ ਸ਼ਬਦ ਇੱਕ ਭੀਖਿਆ ਮੰਗੈ। ਆ ਭੀਖਿਆ ਚਾਹੀਦੀ ਹੈ। ਇੱਕ ਸ਼ਬਦ ਇੱਕ ਭੀਖਿਆ ਮੰਗੈ। ਕੀ ਚਾਹੀਦਾ ਹੈ? ਕਹਿੰਦੇ ਗਿਆਨ ਧਿਆਨ ਜੁਗਤ ਸੱਚ ਜਾਗੈ। ਆਹ ਚੀਜ਼ ਚਾਹੀਦੀ, ਮੇਰਾ ਮਨ ਸੱਚ ਦੇ ਵਿੱਚ ਜਾਗ ਜਾਏ। ਮੈਨੂੰ ਆਹ ਗਿਆਨ ਚਾਹੀਦਾ, ਧਿਆਨ ਚਾਹੀਦਾ, ਜੁਗਤੀ ਚਾਹੀਦੀ, ਆਹੀ ਭੀਖਿਆ ਚਾਹੀਦੀ। ਇਹੀ ਇੱਕ ਸ਼ਬਦ ਚਾਹੀਦਾ ਮੈਨੂੰ। ਇੱਕ ਸ਼ਬਦ ਇੱਕ ਭੀਖਿਆ ਮੰਗੇ ਕਿ ਗਿਆਨ ਧਿਆਨ ਜੁਗਤ ਸੱਚ ਜਾਗੈ। ਸੱਚ ਦੇ ਵਿੱਚ ਮੇਰਾ ਮਨ ਜਾਗ ਜਾਏ। ਪੈਰ 'ਚ ਰਹੇ ਨਾ ਬਾਹਰ ਜਾਏ। ਮੈਂ ਮਾਲਕ ਦੇ ਭੈ ਦੇ ਵਿੱਚ ਰਹੇ ਔਰ ਬਾਹਰ ਨਾ ਜਾਏ, ਮਾਇਆ ਦੇ ਵਿੱਚ ਡੁਅਲਿਟੀ ਦੇ ਵਿੱਚ ਨਾ ਜਾਏ। ਆਹ ਚੀਜ਼ ਚਾਹੀਦੀ ਹੈ। ਕੀਮਤ ਕੌਣ ਰਹਿ ਲਿਵਲਾਏ। ਜਿਹੜੇ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਗੁਰੂ ਦੇ ਭੈ ਪਰਮਾਤਮਾ ਦੇ ਭੈ 'ਚ ਰਹਿੰਦੇ, ਜਿਹੜੇ ਆਪਣੇ ਮਨ ਨੂੰ ਬਾਹਰ ਜਾਣੋਂ ਰੋਕਦੇ ਆ, ਕਾਂ ਚਲੋ ਮਨ ਰਹੋ ਕਰੇ। ਕਹਿੰਦੇ ਉਹਦੀ ਕੀਮਤ ਕੌਣ ਕਰ ਸਕਦਾ ਹੈ? ਉਹਨਾਂ ਦੀ ਤਾਂ ਲਿਵ ਲੱਗ ਜਾਂਦੀ ਹੈ। ਕੀਮਤ ਕੌਣ ਰਹਿ ਲਿਵਲਾਏ। ਕਹਿੰਦੇ ਕਿਹੜਾ ਹੈ ਉਹਨਾਂ ਦੀ ਕੀਮਤ ਕਰ ਸਕਦਾ ਹੈ? ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਆਪੇ ਮੇਲੇ ਪਰਮ ਚੁਕਾਏ। ਰਜਿੰਦਰ ਜੀ ਮੈਂ ਤੁਹਾਨੂੰ ਸਮਾਂ ਦਿੰਦਾ ਹੈ, ਬਸ ਅਸ਼ਟਪਦੀ ਹੋ ਜਾਏ। ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ। ਉਹ ਪਰਮਾਤਮਾ ਉਹਨੇ ਮਿਲਾਉਣਾ ਆ। ਔਰ ਕਦੋਂ ਮਿਲਾਉਣਾ ਹੈ? ਭਰਮ ਜਦ ਚੁੱਕ ਜਾਂਦਾ ਹੈ, ਭਰਮ ਚੁਕਾ ਦਿੰਦਾ ਹੈ ਇਸ ਤਰੀਕੇ ਦੇ ਨਾਲ ਜਿਹੜੇ ਮਿਲਣਾ ਚਾਹੁੰਦੇ ਆ। ਰਜਿੰਦਰ ਰੱਖਰਾ ਜੀ ਤੁਹਾਡਾ ਪੰਜੇ ਦਾ ਨਿਸ਼ਾਨ ਬੰਦ ਕਰ ਦੇਣਾ ਪਲੀਜ਼। एक शब्द मेरे प्राण वस्त है, एक शब्द मेरे प्राण वस्त है, बहुत जन्म ना आवा। वाहिगुरू। ਹਾਂਜੀ ਇਹ ਵੀ ਹਾਂਜੀ। ਇਹ ਇੱਕ ਸ਼ਬਦ ਜਿਹੜਾ ਹੈਗਾ ਇੱਕੋ ਹੀ ਤਾਂ ਬਾਣੀ ਤਾਂ ਇੱਕੋ ਹੀ ਗੱਲ ਕਹਿ ਰਹੀ ਹੈ ਨਾ। ਇੱਕ ਸ਼ਬਦ ਦਾ ਆਤਮਾ ਦੀ ਗੱਲ। ਸੱਚ ਪ੍ਰਾਣਾਂ 'ਚ ਵਸ ਜਾਏ। ਸੱਚ ਹੈ ਉਹ। ਸ਼ੁਕਰੀਆ। ਹਾਂਜੀ ਆਪਾਂ ਸੀਗੇ ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ। ਗੁਰੂ ਦੇ ਪ੍ਰਸਾਦ ਦੇ ਨਾਲ ਇਹ ਅਵਸਥਾ ਮਿਲਣੀ ਹੈ ਭਾਈ। ਮਾਲਕ ਪਰਮਾਤਮਾ ਨੇ ਹੀ ਮਿਲਾਉਣਾ ਹੈਗਾ। ਪਰਮ ਉਸੇ ਨੇ ਚੁਕਾਉਣਾ ਹੈਗਾ। ਕਿਵੇਂ ਚੁਕਾਉਣਾ ਹੈ? ਉਹਨੇ ਬ੍ਰਹਮ ਗਿਆਨੀ ਗੁਰੂ ਦੀ ਮੱਤ ਦੇ ਕੇ। ਔਰ ਇੱਕ ਸ਼ਬਦ ਜਿਹੜਾ ਹੁਣੇ ਬੀਬੀ ਕਹਿ ਰਹੀ ਸੀਗੀ ਪ੍ਰਾਣਾਂ 'ਚ ਵਸ ਗਿਆ। ਪ੍ਰਾਣ 'ਚ ਵਸਣ ਦਾ ਕੀ ਮਤਲਬ ਆ ਬਈ? ਪ੍ਰਾਣ ਸ਼ਕਤੀ ਇੱਧਰ ਲਾਉਣੀ ਆ। ਜਿਹੜੀ ਚੀਜ਼ ਪ੍ਰਾਣਾਂ 'ਚ ਵਸ ਜੇ, ਹਿਰਦੇ 'ਚ ਵਸ ਗਈ ਸਮਝ ਲਓ। ਹਿਰਦੇ 'ਚ ਵਸ ਗਈ, ਮਨ 'ਚ ਵਸ ਗਈ। ਜਿਹੜਾ ਕੰਮ ਆਪਾਂ ਨੇ ਜਿਹੜੇ ਕੰਮ ਵਾਸਤੇ ਆਪਾਂ ਪੂਰੀ ਤਰ੍ਹਾਂ ਜਿਹੜੇ ਸਮਰਪਿਤ ਸਾਰਾ ਕੁਝ ਭੁੱਲ ਜਾਂਦੇ ਆ, ਉਸ ਤਰ੍ਹਾਂ ਉਹ ਹਿਰਦੇ 'ਚ ਵਸ ਗਿਆ। ਕਹਿੰਦੇ ਉਹ ਪ੍ਰਾਣਾਂ 'ਚ ਵਸ ਗਿਆ। ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ। ਪਰਮ ਪਦ ਜਿਹੜਾ ਚੌਥਾ ਪਦ ਜਿਹੜਾ ਆਤਮਾ ਦੇ ਵਿੱਚ ਵਾਸਾ। ਗੁਰ ਕੀ ਸੇਵਾ ਸ਼ਬਦ ਵਿਚਾਰ। ਕਹਿੰਦੇ ਗੁਰੂ ਦੀ ਸੇਵਾ ਕੀ ਹੈ? ਕਹਿੰਦੇ ਸ਼ਬਦ ਨੂੰ ਵਿਚਾਰ ਲਾ। ਫਿਰ ਵਿਚਾਰ ਲਾ। ਫਿਰ ਤੂੰ ਬਸ ਇਸ ਜਗ੍ਹਾ ਤੇ ਆ ਜਾ। ਵਸਾ ਲਾ ਉਹਨੇ ਅੰਦਰ, ਹਿਰਦੇ ਦੇ ਵਿੱਚ ਵਸਾ ਲਾ। ਗੁਰੂ ਦੀ ਸੇਵਾ ਆਹੀ ਹੈ ਭਾਈ। ਗੁਰੂ ਦੀ ਸੇਵਾ ਦਾ ਮਤਲਬ ਗੁਰੂ ਕੀ ਕਹਿ ਰਹੇ ਕੰਮ ਕਰਨ ਵਾਸਤੇ, ਬਾਣੀ ਕੀ ਕਹਿ ਰਹੀ ਹੈ ਕਰਨ ਵਾਸਤੇ। ਬਾਣੀ ਤਾਂ ਕਹਿ ਰਹੀ ਹੈ ਭਾਈ ਚੌਥੇ ਪਦ ਦੇ ਵਿੱਚ ਜਾ। ਇਹ ਮਾਇਆ ਝੂਠੀ ਹੈ, ਇਹਦੇ ਵਿਚਾਰ ਬੰਦ ਕਰ। ਆਪਣੇ ਮਨ ਨੂੰ ਰੋਕ, ਮਨ ਤੇ ਕੰਟਰੋਲ ਕਰ। ਗੁਰ ਕੀ ਆਸੇ ਵਿਚਾਰ ਲੋ। ਕਹਿੰਦੇ ਇਹਨੂੰ ਵਿਚਾਰ। ਗੁਰ ਕੀ ਸੇਵਾ ਸ਼ਬਦ ਵਿਚਾਰ। ਹਉਮੈ ਮਾਰੇ ਕਰਨੀ ਸਾਰ। ਬਸ ਆਹੀ ਹੈ। ਆਪਣੀ ਡੁਅਲਿਟੀ ਤੋਂ ਇੱਕ ਤੇ ਆ ਜਾ। ਤੂੰ ਹੈ ਨੀਗਾ। ਆਪਣੀ ਹਉਮੈ ਆਪਣੀ ਹੋਂਦ ਕੀ ਹੈਗੀ ਆ? ਆਪਾਂ ਤਾਂ ਉਸ ਮਾਲਕ ਦਾ ਅੰਸ਼ ਹੈਗੇ ਆ। ਹਉਮੈ ਮਾਰੇ ਕਰਨੀ ਸਾਰ। ਆਹੀ ਕਰਨੀ ਸਾਰ ਹੈ। ਜਪ ਤਪ ਸੰਜਮ ਪਾਠ ਪੁਰਾਣ ਕਹੋ ਨਾਨਕ ਅਪਰੰਪਰ ਮਾਨ। ਦੇਖੋ ਸਾਰੇ ਦੇ ਸਾਰੇ ਇਕੱਠੇ ਕਰ ਲਏ ਹੁਣ।
ਜਪ ਤਪ ਸੰਜਮ ਪਾਠ ਪੁਰਾਣ ਸਾਰਾ ਪਾਠ ਜਿਹੜਾ ਜੋ ਵੀ ਪਾਠ ਕਰਦੇ ਜੋ ਗਿਆਨ ਲੈ ਰਹੇ ਆਪਾਂ ਕਹਿੰਦੇ ਤਾਂ ਹੀ ਇਹ ਕਾਹਦੇ ਵਾਸਤੇ ਆ ਕਹਿੰਦੇ ਕਹੋ ਨਾਨਕ ਅਪਰੰਪਰ ਮਾਨ ਇਹ ਜਪ ਤਪ ਸੰਜਮ ਪਾਠ ਪੁਰਾਣ ਇਸ ਵਾਸਤੇ ਹੈ ਕਿ ਮਨ ਜਿਹੜਾ ਹੈਗਾ ਆਪਣਾ ਉਸ ਅਪਰੰਪਰ ਵਾਸਤੇ ਜਿਹਦਾ ਪਰਮਾਤਮਾ ਦੇ ਵਾਸਤੇ ਸੱਚ ਦੇ ਵਾਸਤੇ ਮੰਨ ਜਾਏ ਇਹਦੀ ਕਾਉਂਸਲਿੰਗ ਇਹ ਕਾਉਂਸਲਿੰਗ ਕਰਦਾ ਹੈ ਜੇ ਮਨ ਮੰਨ ਗਿਆ ਉਸ ਗੁਰੂ ਦੀ ਸੇਵਾ ਕਰਨ ਵਾਸਤੇ ਜੋ ਗੁਰੂ ਕਹਿ ਰਿਹਾ ਹੈ ਤਾਂ ਇਹਨੇ ਵਿਚਾਰ ਲਿਆ ਗੁਰੂ ਨੂੰ ਤਾਂ ਇਹਦੀ ਹਉਮੈ ਮਰ ਜਾਏਗੀ ਔਰ ਇੱਕ ਹੋ ਜਾਏਗਾ ਔਰ ਯਾਤਰਾ ਪੂਰੀ ਹੋ ਜਾਏਗੀ। ਹਾਂਜੀ ਸੁਖਵਿੰਦਰ ਜੀ। ਹਾਂਜੀ ਵੀਰ ਜੀ ਦੇਖੋ ਗੁਰੂ ਸਾਹਿਬ ਸਾਫ਼ ਲਫ਼ਜ਼ਾਂ 'ਚ ਡਾਇਰੈਕਟ ਕਹਿ ਰਹੇ ਨੇ ਅਧਿਆਤਮ ਕਰਮ ਕਰਿਤਾ ਕਹਿੰਦੇ ਜੇ ਤੂੰ ਦੇਖੋ ਮੁਕਤ ਭੇਦ ਕਿਆ ਜਾਣੇ ਕੱਚ ਹੁਣ ਕਹਿੰਦੀ ਵਾਲਾ ਭੇਦ ਅਗਰ ਲੈਣਾ ਚਾਹੁੰਦਾ ਹੈ ਨਾ ਤੂੰ ਕੱਚਾ ਸੱਚਾ ਹੋਣਾ ਚਾਹੁੰਦਾ ਹੈ ਨਾ ਤੂੰ ਤਾਂ ਤੈਨੂੰ ਕੁਛ ਨਾ ਕੁਛ ਕਰਨਾ ਹੀ ਪਏਗਾ। ਕੀ ਕਰਨਾ ਪਏਗਾ ਜੀ ਕਹਿੰਦੇ ਫਿਰ ਉਹ ਕਹਿੰਦੇ ਅਧਿਆਤਮ ਕਰਮ ਕਰਨਾ ਪਏਗਾ। ਲਓ ਜੀ ਹੁਣ ਅਧਿਆਤਮ ਕਰਮ ਅਧਿਆਤਮ ਨੂੰ ਜੇ ਆਪਾਂ ਵਰਡ ਨੂੰ ਖੋਲੀਏ ਨਾ ਤਾਂ ਮੈਨੂੰ ਜੋ ਸਮਝ ਲੱਗੀ ਕਿ ਅਧਿ ਆਤਮ ਅਧਿਐਨ ਕਰਨਾ ਆਤਮਾ ਵਾਲਾ ਉਹ ਕਰਮ ਕਰਨਾ। ਹੁਣ ਦੱਸੋ ਜੀ ਆਤਮਾ ਦੇ ਅਧਿਐਨ ਕਿਵੇਂ ਕਰੀਏ ਜੀ? ਆਤਮਾ ਦਾ ਅਧਿਐਨ ਜੇ ਕੋਈ ਬਾਹਰੀ ਅੱਖਰਾਂ 'ਚ ਹੁੰਦਾ ਤਾਂ ਕਰ ਲੈਂਦੇ। ਆਤਮਾ ਤਾਂ ਅੰਦਰ ਹੈ ਬਾਹਰ ਤਾਂ ਹੈ ਨਹੀਂ ਤੇ ਉਹਦਾ ਅਧਿਐਨ ਕਿਵੇਂ ਕਰੀਏ? ਇਹਦਾ ਮਤਲਬ ਉਹ ਕੁਛ ਕਰਮ ਕਰਨ ਨੂੰ ਕਹਿ ਰਹੇ ਨੇ ਮੀਨਸ ਪ੍ਰੈਕਟੀਕਲ ਕਰਨ ਨੂੰ ਕਹਿ ਰਹੇ ਨੇ। ਉਹ ਜਾਣ ਮੈਂ ਕੌਣ ਆ ਤੂੰ ਇਹ ਮੇਰੀ ਆਤਮਾ ਮੈਂ ਅਸਲ ਦੇ ਵਿੱਚ ਕੌਣ ਆ ਮੈਂ ਆਹ ਤਾਂ ਸਰੀਰ ਵੀ ਨਹੀਂ ਮਨ ਵੀ ਨਹੀਂ ਬੁੱਧੀ ਵੀ ਨਹੀਂ ਤੇ ਮੈਂ ਕੌਣ ਆ ਫਿਰ ਉਹ ਕਰਮ ਕਰਨ ਨੂੰ ਕਹਿ ਰਹੇ ਨੇ। ਦੇਖੋ ਗੁਰੂ ਸਾਹਿਬ ਉਹ ਕਹਿੰਦੇ ਜੀ ਇਹ ਕੰਮ ਹੋ ਸਕਦਾ ਹੈ ਜੇ ਤੂੰ ਕੋਈ ਜੋਗੀ ਬਣ ਜੇ। ਜੋਗੀ ਮੀਨਸ ਜੋੜਨ ਵਾਲਾ ਉਹਦੇ ਨਾਲ ਜੁੜਨ ਵਾਲਾ। ਜੁੜ ਕਿਵੇਂ ਸਕਦੇ ਆ? ਦੁਐਤ ਨੂੰ ਛੱਡ ਦੇ ਦੂਜੇ ਨਾਲ ਉਹਦੇ ਨਾਲ ਇੱਕ ਦਾ ਹੀ ਪਾਰਟ ਹੈ ਤੂੰ ਆਪਣੇ ਆਪ ਨੂੰ ਦੇਖ ਅੰਦਰ ਖੋਜ ਕਰ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਉਹ ਫਿਰ ਕਹਿੰਦੇ ਇਹ ਜੁਗਤੀ ਲੈਣੀ ਪਏਗੀ ਤੈਨੂੰ। ਯੋਗ ਵਾਸਤੇ ਕੀ ਚਾਹੀਦਾ? ਜੁਗਤੀ ਨਾਲ ਵਿਚਾਰਿਆ ਕਹਿੰਦੇ ਫਿਰ ਆ ਗਿਆ ਪ੍ਰੈਕਟੀਕਲ। ਇਹਦਾ ਮਤਲਬ ਪੰਜਾਂ ਨੂੰ ਮਾਰੇ ਬਿਨਾ ਕਿਉਂਕਿ ਉਹ ਮਨ ਦੇ ਅੰਦਰ ਮਨ ਕਿਹਨਾਂ ਦੇ ਕੰਟਰੋਲ 'ਚ ਹੈ? ਵਿਚਾਰਾਂ ਦੇ। ਵਿਚਾਰ ਵਿੱਚ ਕੰਮ ਕਿਵੇਂ ਕਰਦੇ ਆ? ਉਹ ਪੰਜਾਂ ਦੇ ਥਰੂ ਤੇ ਫਿਰ ਉਹ ਕਰਮ ਇੰਦਰੀਆਂ ਤੋਂ ਗਿਆਨ ਇੰਦਰੀਆਂ ਤੋਂ ਨੂੰ ਇਨਵੋਲਵ ਕਰਕੇ ਕਰਮ ਕਰਾ ਜਾਂਦੇ ਆ ਤੇ ਬਾਅਦ 'ਚ ਪਤਾ ਲੱਗਦਾ ਯਾਰ ਆਹ ਕੀ ਹੋ ਗਿਆ ਮੇਰੇ ਨਾਲ ਮੈਨੂੰ ਤਾਂ ਪਤਾ ਮੈਂ ਤਾਂ ਕੁਛ ਕੀਤਾ ਨਹੀਂ ਸੀ। ਤਾਂ ਉਹ ਜਿਹੜਾ ਹੈ ਨਾ ਉਹ ਲਿਖਤ ਬਣੀ ਜਾ ਰਹੀ ਹੈ। ਮਾਲਕ ਦਾ ਨਿਯਮ ਹੈ ਉਹ ਲਿਖਤ ਬਣਾਈ ਜਾਂਦਾ। ਉਹਨੇ ਗੇਮ ਹੀ ਐਸੀ ਬਣਾਈ ਹੈ। ਤੇ ਉਹ ਕਹਿੰਦੇ ਫਿਰ ਜਿਹਦੇ ਵੀ ਅੰਦਰ ਜਦੋਂ ਇਹ ਕਰਮ ਤੁਸੀਂ ਅਧਿਆਤਮ ਵਾਲਾ ਕੀਤਾ ਨਿਰਵਿਚਾਰ ਵਾਲਾ ਕੀਤਾ ਤਾਂ ਇੱਕ ਐਸੀ ਖੇਡ ਬਣਦੀ ਹੈ ਉਹਦੇ ਅੰਦਰ ਸੱਚ ਵਸ ਜਾਂਦਾ ਹੈ। ਤੇ ਉਹ ਕਹਿੰਦੇ ਫਿਰ ਦੇਖੋ ਸੱਚ ਕੀ ਹੈ? ਉਹ ਇੱਕ ਪ੍ਰਕਾਸ਼ ਰੂਪ ਹੈ ਅਨੁਭਵ ਪ੍ਰਕਾਸ਼ ਹੈ। ਜਿੱਥੇ ਸੱਚ ਆ ਗਿਆ ਹਨੇਰਾ ਰਹਿਣਾ ਹੀ ਨਹੀਂ। ਇਹਦਾ ਮਤਲਬ ਹਨੇਰੇ ਦੀ ਕੋਈ ਹੋਂਦ ਹੈ? ਨਹੀਂ ਇਹਦਾ ਉਲਟਾ ਵੀ ਹੈ। ਜੇ ਦੇਖਿਆ ਜਾਵੇ ਹਨੇਰੇ ਦੀ ਆਪਣੀ ਕੋਈ ਹੋਂਦ ਨਹੀਂ ਹੈ। ਉਹ ਹੈ ਕੀ ਫਿਰ? ਉਹ ਚਾਨਣ ਦੀ ਅਣਹੋਂਦ ਹੈ। ਉੱਥੇ ਹੈ ਨਹੀਂ ਚਾਨਣ ਜਿੱਥੇ ਉੱਥੇ ਹਨੇਰਾ ਬਸ ਇੰਨੀ ਗੱਲ ਹੈ। ਇਹਨੂੰ ਦੋ ਸਮਝੀ ਬੈਠੇ ਹਾਂ ਅਸੀਂ ਇਸੇ ਕਰਕੇ ਅਸੀਂ ਫਸੇ ਪਏ ਹਾਂ ਤੇ ਹਨੇਰੇ ਨਾਲ ਉਹਨੂੰ ਕੋਈ ਲੜ ਕੇ ਤਾਂ ਉਹਨੂੰ ਕੋਈ ਜਿੱਤ ਨਹੀਂ ਸਕਦਾ। ਇਹਦੇ ਲਈ ਬਸ ਇੱਕੋ ਹੀ ਕੰਮ ਕਰਨਾ ਤੁਸੀਂ ਪ੍ਰਕਾਸ਼। ਫਿਰ ਗੁਰੂ ਸਾਹਿਬ ਕਹਿੰਦੇ ਦੇਖੋ ਐਸੀ ਖੇਡ ਬਣ ਗਈ ਸੂਰਜ ਤੇ ਚੰਦਰਮਾ ਉਦੈਨ ਗਿਆ। ਆਪਾਂ ਨਾ ਉਦੈਨ ਨੂੰ ਮੇਰਾ ਖਿਆਲ ਹੈ ਨਿਜਰ ਸਾਹਿਬ ਪਤਾ ਨਹੀਂ ਮੈਂ ਠੀਕ ਹੋਊਂਗਾ ਕਿ ਗਲਤ ਤੁਸੀਂ ਥੋੜਾ ਜਿਹਾ ਇਹਨੂੰ ਜ਼ਿਆਦਾ ਮੈਨੂੰ ਕਰੈਕਟ ਕਰ ਦਿਓ। ਉਦੈਨ ਇੱਕ ਤਾਂ ਜੰਗਲ ਹੁੰਦਾ ਇੱਕ ਉਦੈਨ ਉਦੈ ਹੋਣਾ ਸੂਰਜ ਤੇ ਚੰਦਰਮਾ ਇੱਕੋ ਜਗ੍ਹਾ ਦੇ ਉੱਤੇ ਉਦੈ ਹੋ ਗਏ ਇਕੱਠੇ ਹੋ ਗਏ ਜੋ ਮੈਨੂੰ ਲੱਗਿਆ ਇਹਦੇ ਚ ਇਸ ਤੁਕ ਦੇ ਵਿੱਚ ਗ੍ਰਹਿ ਉਦਿਆਨੇ ਉਦਿਆਨ ਦਾ ਮਤਲਬ ਇੱਥੇ ਜਿਹੜਾ ਉਦੈ ਹੋਣਾ ਮਤਲਬ ਚੜ ਗਏ ਮਤਲਬ ਰਵਸਸ ਏਕੋ ਗ੍ਰਹਿ ਉਦਿਆਨ ਹੈ। ਪਤਾ ਨਹੀਂ ਮੈਨੂੰ ਇਹ ਆਇਆ ਪਤਾ ਨਹੀਂ ਦੇਖੋ ਸ਼ਾਇਦ ਹੋ ਸਕਦਾ ਕੁਝ ਹੋਰ ਨਾ ਹੋਵੇ ਪਰ ਮੈਂ ਜਿੱਥੇ ਕੋਈ ਟੀਕੇ ਨੇ ਉਹਨਾਂ 'ਚ ਤਾਂ ਸ਼ਾਇਦ ਕੁਝ ਜੰਗਲ ਜੁੰਗਲ ਹੀ ਲਿਖਿਆ ਪਤਾ ਨਹੀਂ। ਚਲੋ ਪਤਾ ਨਹੀਂ ਕਿੱਦਾਂ ਕਿਉਂ ਮਤਲਬ ਕਿਉਂਕਿ ਉਦੈ ਹੋਣਾ ਇੱਕ ਸੰਸਕ੍ਰਿਤ ਦਾ ਵਰਡ ਹੈ ਉਦੈ ਹੋਣਾ ਕਿ ਉਦੈ ਸੂਰਜ ਉਦੈ ਹੋ ਗਿਆ ਤੇ ਚੰਦਰਮਾ ਉਦੈ ਹੋ ਗਿਆ ਇੱਕੋ ਗ੍ਰਹਿ ਦੇ ਅੰਦਰ ਆ ਕੇ ਉਦੈ ਹੋ ਗਏ। ਹੁਣ ਜਦੋਂ ਅੰਦਰ ਸੂਰਜ ਚੰਦਰਮਾ ਪ੍ਰਕਾਸ਼ ਠੰਡਾ ਵੀ ਗਰਮ ਵੀ ਉਹ ਉਸ ਤੋਂ ਬਾਅਦ ਫਿਰ ਕੀ ਹੋਇਆ ਜਿਹੜਾ ਵੀ ਕੀਰਤੀ ਜਿਹੜਾ ਵੀ ਕਰਨੀ ਹੋਈ ਜਾਂ ਕਰਮ ਬਣਿਆ ਉਹ ਸਮਾਨ ਹੋ ਗਏ ਉਹ ਕੀਰਤੀ ਹੀ ਬਣ ਗਏ। ਤੇ ਉਹਦੇ ਵਿੱਚ ਕੋਈ ਮਤਲਬ ਸਮਾਨ ਹੋਣਾ ਕੀ ਹੁੰਦਾ ਜਦੋਂ ਕੋਈ ਜਿਵੇਂ ਕਹਿੰਦੇ ਨਾ ਪੱਲੜਾ ਕਿਸੇ ਪਾਸੇ ਤੱਕੜੀ ਦਾ ਪੱਲੜਾ ਨਾ ਉਧਰਲੇ ਪਾਸੇ ਝੁਕ ਰਿਹਾ ਨਾ ਉਧਰਲੇ ਪਾਸੇ ਝੁਕ ਰਿਹਾ। ਅੱਛਾ ਹੁਣ ਜਦੋਂ ਝੁਕ ਹੀ ਨਹੀਂ ਰਿਹਾ ਤਾਂ ਭੈ ਚ ਰਚਿਆ ਰਹਿੰਦਾ ਬੰਦਾ ਤੇ ਉਹ ਝੁਕ ਹੀ ਨਹੀਂ ਰਿਹਾ ਇੱਕੋ ਪਾਸੇ ਇੱਕ ਸਮਾਨ ਹੈ ਉਹ
ਤੇ ਦੁੱਖ ਸੁੱਖ ਸਮਾਨ ਹੈ, ਸਭ ਕੁਝ ਸਮਾਨ ਹੋ ਗਿਆ, ਤੇ ਫਿਰ ਉਹ ਜੂਨਾਂ 'ਚ ਕਿਉਂ ਆਊਗਾ? ਤਾਂ ਕਾਰਨ ਤਾਂ ਮਿਟ ਗਿਆ, ਫਿਰ ਕਿਉਂ ਆਊਗਾ ਜੀ ਜੂਨਾਂ 'ਚ? ਆਹੀ ਖੇਲ ਹੈ ਮਾਲਕ ਦਾ। ਇਸੇ ਕਰਕੇ ਉਹ ਗੁਰੂ ਸਾਹਿਬ ਅਖੀਰ ਦੇ ਵਿੱਚ ਕਹਿੰਦੇ ਆ ਜੀ, ਮੇਰੇ ਵਾਸਤੇ ਤਾਂ ਆਹੀ, ਜਦੋਂ ਕਿਉਂਕਿ ਉਹ ਮੈਂ ਮਿਟ ਗਈ ਨਾ, ਗੁਰੂ ਨੇ ਦਿੱਤੀ ਇਹ ਸਿੱਖਿਆ, ਇਹ ਸ਼ਬਦ ਵਿਚਾਰ ਵਾਲੀ, ਤੇ ਉਹਦੇ ਨਾਲ ਮੈਨੂੰ ਜਿਹੜੀ ਹੈ ਉਹ ਇਹ ਕਰਨੀ ਬਣ ਗਈ ਮੇਰੀ, ਪਰਮਾਤਮਾ ਦੀ ਕੀਰਤੀ, ਨਿਰਵਿਚਾਰ ਹੋਣਾ, ਰੋਜ਼ ਬੈਠਣਾ ਉਸ ਦੇ ਧਿਆਨ ਦੇ ਵਿੱਚ, ਵਿਕਾਰਾਂ ਨਾਲੋਂ ਮੇਰਾ ਪਿੱਛਾ ਛੁੱਟ ਗਿਆ। ਫਿਰ ਕਹਿੰਦੇ ਕਹਿੰਦੇ ਇਹੀ ਜਿਹੜਾ ਹੈਗਾ ਜਪ ਤਪ ਸੰਜਮ ਪਾਠ ਪੁਰਾਣ ਬਣ ਗਏ ਮੇਰੇ ਵਾਸਤੇ। ਤੇ ਕਹੋ ਨਾਨਕ ਅਪਰੰਪਰ ਮਾਨ, ਬਸ ਉਹ ਅਪਰੰਪਰ ਹੈ ਪ੍ਰਭੂ, ਜਿਹੜਾ ਪਰੇ ਤੋਂ ਪਰੇ ਹੈ, ਉਹਦਾ ਕੋਈ, ਜਿਵੇਂ ਕਹਿੰਦੇ ਆ, ਗੁਣਾਂ ਦਾ ਕੋਈ ਅੰਤ ਨਹੀਂ। ਬਸ ਉਹਨੂੰ, ਉਹ ਕਹਿੰਦੇ ਹੁਣ ਮੈਂ ਉਹਨੂੰ ਮੰਨ ਲਿਆ ਜੀ। ਬਸ ਇੱਥੇ ਸੰਕੋਚਦੇ ਆ ਜੀ। ਹਾਂ ਠੀਕ ਹੈ ਜੀ, ਚਲੋ। ਤੇ ਕੁਛ ਕਹਿਣਾ ਜੀ ਕਿਸੇ ਨੇ ਹੋਰ? ਵੀਰ ਜੀ ਮੈਂ ਕਹਿਣਾ ਸੀ ਜੀ, ਇੱਕ ਅਰਦਾਸ ਕਰ ਦਿਓ ਮੇਰੇ ਲਈ, ਮੇਰਾ ਮਨ ਕੰਟਰੋਲ 'ਚ ਨਹੀਂ ਆ ਰਿਹਾ, ਮੈਂ ਬਹੁਤ ਥੱਕ ਚੁੱਕੀ। ਬਸ ਇਹ ਜਦੋਂ ਥੱਕ ਜਾਓਗੇ ਨਾ ਪੂਰੀ ਤਰ੍ਹਾਂ, ਆਪੇ ਕੰਟਰੋਲ 'ਚ ਆ ਜਾਣਾ, ਇਹਨੇ ਮਰ ਜਾਣਾ। ਇਹ ਥਕਾਉਣਾ ਹੀ ਆ ਆਪਾਂ ਇਹਨੂੰ, ਜਿੰਨਾ ਇਹ ਜ਼ੋਰ ਲਾਈ ਜਾਂਦਾ, ਇਹਨੂੰ ਚੁੱਪ ਕਰਾਉਣਾ। ਚੁੱਪ ਹੋ ਜਾ। ਕਿਉਂ ਨਿੱਜਰ ਸਾਹਿਬ ਕੁਛ ਕਹਿਣਾ ਜੀ? ਨਹੀਂ ਦੇਖੋ ਆਪਾਂ, ਹਾਂਜੀ ਜਦੋਂ ਅੱਖਾਂ ਬੰਦ ਕਰਦੀ ਉਹਦੀ ਸਿਰ ਘੁੰਮਣ ਲੱਗ ਜਾਂਦਾ। ਨਹੀਂ, ਵਿਚਾਰ ਜਿਹੜੇ ਆਉਂਦੇ ਆ ਨਾ ਤੁਹਾਨੂੰ, ਤੇ ਵਿਚਾਰਾਂ ਦੀ ਤਹਿ ਤੱਕ ਜਾਓ ਨਾ, ਕਿਹੜਾ ਵਿਚਾਰ ਆ ਰਿਹਾ ਉਹਨੂੰ ਦੇਖੋ ਵੀ ਕਿਉਂ ਆ ਰਿਹਾ ਇਹ ਵਿਚਾਰ, ਉਹਦੇ ਨਾਲ ਤੁਸੀਂ ਕੀ ਕਰ ਸਕਦੇ ਹੋ ਵੀ ਤੁਹਾਡਾ। ਤੁਹਾਡੀ ਬੰਦ ਕਰ ਦਿਓ, ਆਵਾਜ਼ ਨਿੱਜਰ ਸਾਹਿਬ ਦੀ ਸਹੀ ਨਹੀਂ ਆ ਰਹੀ। ਆਪਾਂ ਵਿਚਾਰ ਜਿਹੜਾ ਹੈ, ਵਿਚਾਰ ਆ ਰਹੇ ਨਾ, ਵਿਚਾਰਾਂ ਦੀ ਤਹਿ ਤੱਕ ਜਾਓ ਵੀ ਵਿਚਾਰ ਕਿਉਂ, ਆ ਵਿਚਾਰ ਆ ਰਿਹਾ ਤੇ ਕਿਉਂ ਆ ਰਿਹਾ ਉਹ ਵਿਚਾਰ, ਵੀ ਉਹ ਕਿਉਂ ਆ, ਮੈਂ ਕਿਉਂ ਆ ਰਿਹਾ, ਮੈਨੂੰ ਕੀ ਕਰਨ ਨੂੰ ਕਹਿ ਰਿਹਾ ਵਿਚਾਰ। ਬਸ ਉਹ ਕਰ ਲਓਗੇ ਤੇ ਤੁਸੀਂ ਵਿਚਾਰ ਨੂੰ ਪੁੱਛ ਲਓ, ਉਹਨੂੰ ਮਨ ਨੂੰ ਪੁੱਛ ਲਓ ਵੀ ਇਹ ਕਰੇਗਾ ਤੇ ਫਿਰ ਤੂੰ ਜਿਹੜਾ ਹੈਗਾ ਇਸ ਤੋਂ ਬਾਅਦ ਚੁੱਪ ਹੋ ਜਾਏਗਾ। ਵਿਚਾਰ ਜਿਹੜੇ ਹੈਗੇ ਤਾਂ ਹੀ ਜਿਹੜੇ ਹੈਗੇ ਆਪਾਂ ਉਸ 'ਤੇ ਫੈਸਲਾ ਦਿਓ ਨਾ, ਉਸ ਵਿਚਾਰ ਦੇ ਉੱਤੇ, ਉਹ ਫਾਈਲ ਆਈ ਹੈ ਤੁਹਾਡੇ ਕੋਲ, ਫਾਈਲ ਦੇ ਉੱਤੇ ਕੋਈ ਡਿਸੀਜਨ ਤਾਂ ਦਿਓ ਨਾ ਆਪਣਾ, ਬਈ ਇਹਨੂੰ ਫਾਈਲ ਨੂੰ ਕਲੋਜ਼ ਤਾਂ ਕਰਨਾ ਹੈ ਨਾ, ਪਰਮਾਨੈਂਟ ਕਲੋਜ਼ ਕਰੋ ਉਹਨੂੰ ਬਸ। ਪਰਮਾਨੈਂਟ ਵੀ ਹੋ ਨਹੀਂ ਰਹੀ, ਡਬਲ ਮਾਈਂਡ ਰਹਿੰਦੀ, ਤੁਹਾਨੂੰ ਪਤਾ ਹੀ ਹੈ ਮੇਰੀ ਪ੍ਰੋਬਲਮ ਤਾਂ, ਸਮਝ ਨਹੀਂ ਆਉਂਦੀ, ਹਰ ਟਾਈਮ ਤੇ ਉੱਦਾਂ 'ਚ ਰਹਿੰਦੀ। ਨਹੀਂ ਤੇ ਬਾਣੀ ਜਿਹੜੀ ਹੈਗੀ ਇਹ ਬਾਣੀ ਨੂੰ ਪੜ੍ਹਿਆ ਕਰੋ, ਫਿਰ ਬਾਣੀ ਨੂੰ ਵਿਚਾਰਿਆ ਕਰੋ, ਬਸ ਆਪਣੇ ਮਨ ਨੂੰ ਖਾਲੀ ਨਾ ਰਹਿਣ ਦਿਓ। ਬਸ ਬਾਣੀ ਦੇ ਨਾਲ ਬਾਣੀ ਨੂੰ ਆਪ ਵਿਚਾਰਨਾ ਸ਼ੁਰੂ ਕਰੋ ਤੇ ਹੋਏਗਾ, ਮਾਲਕ ਮਿਹਰ ਕਰੇਗਾ, ਜ਼ਰੂਰ ਮਿਹਰ ਕਰੇਗਾ। ਜਦ ਤੁਸੀਂ ਲੱਗੇ ਹੋ ਇਸ ਪਾਸੇ ਹੈਗੇ ਹੋ ਤੇ ਮਾਲਕ ਦਾ ਕੰਮ ਆ, ਔਰ ਮਾਲਕ ਦੇ ਅੱਗੇ ਢਹਿ ਪਾਓ ਵੀ ਮਾਲਕਾ ਮੈਨੂੰ ਕੱਢ, ਬਸ ਆਪੇ ਮਾਲਕ ਮਿਹਰ ਕਰੇਗਾ ਜੀ। ਜਦ ਉਹਦੇ ਰਸਤੇ ਤੇ ਤੁਰ ਪਏ ਆਪਾਂ ਤੇ ਫਿਰ ਜ਼ਿੰਮੇਵਾਰੀ ਤਾਂ ਉਹਦੀ ਹੈਗੀ ਬਸ। ਹਾਂਜੀ ਸੁਖਵਿੰਦਰ ਜੀ। ਠੀਕ ਹੈ ਜੀ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰ ਪ੍ਰਸਾਦ। हे ਮੇਰੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਓ, ਸਾਰੀ ਸੰਗਤ ਵੱਲੋਂ ਅਰਦਾਸਾਂ ਬੇਨਤੀਆਂ, ਅਸੀਂ ਸਾਰੇ ਜਿਹੜਾ ਇਹ ਸਾਡਾ ਮਨ ਹੈ, ਦੇਖੋ ਮਾਲਕਾ ਸਾਨੂੰ ਸਮਝ ਨਹੀਂ ਹੈ, ਸਾਡੇ ਪੱਲੇ ਕੁਛ ਨਹੀਂ ਨਜ਼ਰ ਆ ਰਿਹਾ ਸਾਨੂੰ, ਸਾਡੇ ਕੋਲ ਨਾਮ ਧਨ ਦਿਓ ਜੀ, ਸਾਡੇ ਸਵਾਸਾਂ ਨੂੰ ਲੇਖੇ ਵਿੱਚ ਲਾਓ ਜੀ। ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਪਵ ਜਲ ਫੇਰਾ। ਜਿਸ ਦੀ ਮਾਲਕਾ ਅਰਦਾਸ ਹੈ, ਇਸ ਮਾਰਗ ਨੂੰ ਜਾਣਨ ਦੀ ਇੱਛਾ ਸਭ ਦੇ ਅੰਦਰ ਹੈ, ਇਸੇ ਕਰਕੇ ਸਾਰੇ ਬੜੀਆਂ ਅਰਜ਼ੋਈਆਂ ਕਰ ਰਹੇ ਨੇ। ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰੋ ਜੀ, ਉਹਨਾਂ ਨੂੰ ਆਪਣੇ ਨਾਮ ਨਾਲ ਬਖਸ਼ ਨਿਵਾਜੋ ਜੀ, ਬਖਸ਼ਿਸ਼ਾਂ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ